करिए शुरू जी। यस हाँ जी हाँ जी। उज़मा जी जी उज़मा हैगी, उज़मा ने वो कोई नहीं नाल नाल ही है जी। ऑन बिहाफ ऑफ MWC मैं आए हुए सारे अपनी सारे ਜਿਹੜੇ ਮਹਿਮਾਨ ਨੇ ਉਹਨਾਂ ਦਾ ਸਵਾਗਤ ਕਰਦੀ ਹਾਂ ਤੇ ਖਾਸ ਕਰਕੇ ਅੱਜ ਸਾਡੇ ਨਾਲ ਇੰਡੀਆ ਤੋਂ ਸਾਡੇ ਨਾਲ ਸਾਡੀ ਬੜੀ ਪਿਆਰੀ ਸਖੀ ਹਰਲੀਨ ਸੋਨਾ ਸਾਡੇ ਵਿਚਕਾਰ ਸ਼ਾਮਿਲ ਨੇ ਤੇ ਮੈਂ ਥੋੜਾ ਜਿਹਾ MWC ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੀ ਕਿ MWC ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦਾ ਵਿਜ਼ਨ ਹੈ ਕਿ ਐਮਪਾਵਰ ਵੂਮਨ ਐਮਪਾਵਰ ਕਮਿਊਨਿਟੀਜ਼। ਉਹ ਲੇਡੀਜ਼ ਵਾਸਤੇ ਕੰਮ ਕਰਦੇ ਹੈ ਤੇ ਲੇਡੀਜ਼ ਨੂੰ ਐਮਪਾਵਰ ਕਰਨ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਕੰਮ ਹੈ ਤੇ ਸਾਡੇ ਅਸੀਂ ਕੁਝ ਪ੍ਰੋਗਰਾਮ ਜਿਹੜੇ ਫਰਾਈਡੇਜ਼ ਨੂੰ ਕਰਦੇ ਆ। ਫਰਾਈਡੇਜ਼ ਦੇ ਵਿੱਚ ਪਹਿਲੇ ਫਰਾਈਡੇ ਨੂੰ ਸਾਡਾ ਹੁੰਦਾ ਹੈ ਕਿ ਵੂਮਨ ਵੈਲਨੈਸ ਸੈਸ਼ਨ, ਅਸੀਂ ਇੱਕ ਉਹ ਪ੍ਰੋਗਰਾਮ ਕਰਦੇ ਆ। ਫਿਰ ਸੈਕਿੰਡ ਫਰਾਈਡੇ ਸਾਡਾ ਹੁੰਦਾ ਸਾਊਥ ਏਸ਼ੀਅਨ ਵੂਮਨ ਇਨ ਬਿਜ਼ਨਸ। ਉਹਦੇ ਦੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਡੀਆਂ ਜਿਹੜੀਆਂ ਸਾਊਥ ਏਸ਼ੀਅਨ ਵੂਮਨ ਜਿਹੜੀਆਂ ਇੱਥੇ ਕੈਨੇਡਾ ਦੇ ਵਿੱਚ ਬਿਜ਼ਨਸ ਦੇ ਵਿੱਚ ਆਪਣਾ ਐਂਟਰਪ੍ਰੈਨਿਓਰ ਨੇ, ਮਤਲਬ ਵਧੀਆ ਕੰਮ ਕਰ ਰਹੀਆਂ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀਆਂ ਸਟ੍ਰੈਟੇਜੀਜ਼ ਪੁੱਛਦੇ ਹਾਂ, ਉਹਨਾਂ ਦੇ ਚੈਲੰਜਿਸ ਪੁੱਛਦੇ ਹਾਂ। ਅਸੀਂ ਇਸ ਤਰੀਕੇ ਨਾਲ ਇੱਕ ਸਾਡਾ ਮੈਗਜ਼ੀਨ ਵੀ ਸਾਬਤ ਕਰਕੇ ਇਸੇ ਨਾਂ ਤੇ ਹੀ ਸਾਊਥ ਏਸ਼ੀਅਨ ਵੂਮਨ ਇਨ ਬਿਜ਼ਨਸ ਕਰਕੇ ਸਾਡਾ ਇੱਕ ਮੈਗਜ਼ੀਨ ਵੀ ਅਸੀਂ 2 ਦੇ ਪ੍ਰਿੰਟ ਕੱਢ ਚੁੱਕੇ ਹਾਂ ਤੇ ਸਾਨੂੰ ਬੜੀ ਇਹਦੇ ਚ ਖੁਸ਼ੀ ਹੈ ਕਿ ਅਸੀਂ MWC ਵੱਲੋਂ ਇਹ ਜਿਹੜਾ ਅਸੀਂ ਵੂਮਨਸ ਵਾਸਤੇ ਇਹ ਕੰਮ ਕਰ ਰਹੇ ਹਾਂ। ਥਰਡ ਫਰਾਈਡੇ ਜਿਹੜਾ ਅੱਜ ਦਾ ਵੀ ਜਿੱਦਾਂ ਰੂਹ ਸੇ ਰੂਹ ਤੱਕ, ਤੇ ਇਹ ਰੂਹ ਸੋਲ ਕਨੈਕਸ਼ਨਸ ਨੇ, ਰੂਹਾਂ ਦੇ ਕਨੈਕਸ਼ਨ ਨੇ ਜਿਹੜਾ ਅੱਜ ਵੀ ਅਸੀਂ ਜਿਹੜਾ ਸਾਨੂੰ ਸਾਡੀ ਪਿਆਰੀ ਸਖੀ ਜਿਹੜੀ ਇੰਡੀਆ ਤੋਂ ਸਾਡੇ ਨਾਲ ਹੈ ਦੇ ਹਰਲੀਨ ਸੋਨਾ, ਕਿਉਂਕਿ ਅੱਜ ਕੱਲ ਵੈਸੇ ਉਹ ਇੱਥੇ ਆਏ ਹੋਏ ਨੇ ਬਟ ਹੈ ਇੰਡੀਆ ਤੋਂ ਨੇ ਤੇ ਮੈਂ ਬਹੁਤ ਬਹੁਤ ਉਹਨਾਂ ਦਾ ਸਵਾਗਤ ਕਰਦੀ ਹਾਂ। ਫੋਰਥ ਫਰਾਈਡੇ ਸੁਣੋ ਸਖੀ ਵੂਮਨ ਸਰਕਲ ਹੁੰਦਾ ਹੈ। ਫਿਫਥ ਫਰਾਈਡੇ ਕਮਿਊਨਿਟੀ ਕਨੈਕਸ਼ਨਸ, ਅਸੀਂ ਡਿਫਰੈਂਟ ਆਰਗੇਨਾਈਜੇਸ਼ਨਸ ਦੇ ਨਾਲ ਕਨੈਕਸ਼ਨਸ ਦੇ ਉਹਨਾਂ ਦੇ ਜ਼ਰੀਏ ਕਿ ਉਹ ਕੀ ਕਰਦੇ ਨੇ ਜਾਂ ਅਸੀਂ ਕੀ ਕਰਦੇ ਹਾਂ, ਇੱਕ ਦੂਸਰੇ ਦੇ ਨਾਲ ਅਸੀਂ ਉਹਨਾਂ ਦੇ ਨਾਲ ਕਨੈਕਸ਼ਨਸ ਬਣਾਉਂਦੇ ਹਾਂ। ਫਿਰ ਇੱਕ ਵੈਡਨਸਡੇ ਨੂੰ ਸਾਡਾ ਪ੍ਰੋਗਰਾਮ ਹੁੰਦਾ ਹੈ ਸੀਨੀਅਰ ਮੈਂਟਲ ਹੈਲਥ ਅਵੇਅਰਨੈਸ ਅੰਬੈਸਡਰਸ ਪ੍ਰੋਜੈਕਟ। ਉਹਦੇ ਚ ਸੀਨੀਅਰਸ ਦੀ ਅਸੀਂ ਮੈਂਟਲ ਹੈਲਥ ਵੈਲਨੈਸ ਵਾਸਤੇ ਬਹੁਤ ਸਾਰੇ ਸਾਡੇ ਗੈਸਟ ਆਉਂਦੇ ਨੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਜਾਂ ਥੈਰੇਪੀਜ਼ ਦਿੰਦੇ ਨੇ, ਡਿਫਰੈਂਟ ਥੈਰੇਪੀਜ਼, ਆਰਟ ਥੈਰੇਪੀ ਹੈ, ਮਿਊਜ਼ਿਕ ਥੈਰੇਪੀ ਹੈ। ਤੇ ਇਹ ਸਾਡਾ MWC ਦਾ ਛੋਟਾ ਜਿਹਾ ਜਿਹੜਾ ਆ, ਇੰਨੀ ਕੁ ਛੋਟੀ ਜੀ ਸਾਡੀ ਆਰਗੇਨਾਈਜੇਸ਼ਨ ਹੈ, ਬੜੀ ਪਿਆਰੀ ਜੀ ਆਰਗੇਨਾਈਜੇਸ਼ਨ ਹੈ। ਅਸੀਂ ਸਾਰੇ ਇੱਥੇ ਜਿਹੜੇ ਆ ਅਸੀਂ ਇੱਕ ਦੂਸਰੇ ਨੂੰ ਬਹੁਤ ਮਤਲਬ ਮਿਲਦੇ ਖਿੜਕੀਆਂ ਚੋਂ ਆ, ਫਿਰ ਵੀ ਅਸੀਂ ਬਹੁਤ ਇੱਕ ਦੂਸਰੇ ਨੂੰ ਜਾਣਦੇ ਆ। ਤੇ ਮੈਂ ਹੁਣ ਬੜੇ ਪਿਆਰ ਦੇ ਨਾਲ ਮੈਂ ਹਰਲੀਨ ਸੋਨਾ, ਉਹਨਾਂ ਦੇ ਬੜੀ ਬਬਲੀ ਜੀ ਕੁੜੀ ਹੈ, ਤਿਤਲੀਆਂ ਦੇ ਮਗਰ ਭੱਜਣ ਵਾਲੀ ਹੈ, ਨੇਚਰ ਨਾਲ ਪਿਆਰ ਕਰਨ ਵਾਲੀ ਹੈ, ਯੋਗਾ ਟੀਚਰ ਹੈ, ਸਾਊਂਡ ਹੀਲਰ ਹੈ, ਰਾਈਟਰ ਹੈ, ਆਥਰ ਹੈ, ਪੋਇਟ ਹੈ, ਬੜੇ ਸੋਹਣਾ ਲਿਖਦੀ ਹੈ, ਬੜਾ ਸੋਹਣਾ ਗਾਉਂਦੀ ਵੀ ਹੈ। ਤੇ ਉਹਨਾਂ ਦੀਆਂ ਛੋਟੀਆਂ ਛੋਟੀਆਂ 2 ਮੈਂ ਪੋਇਮਸ ਦੇ ਨਾਲ ਹਾਜ਼ਰੀ ਲਗਵਾ ਕੇ ਫਿਰ ਉਸ ਤੋਂ ਬਾਅਦ, ਕਿਉਂਕਿ ਅੱਜ ਦਾ ਪ੍ਰੋਗਰਾਮ ਜਿਹੜਾ ਆ ਸੁਰਜੀਤ ਕੌਰ ਜੀ ਹਰਲੀਨ ਸੋਨਾ ਦੇ ਨਾਲ ਰੂਬਰੂ ਕਰਨਗੇ। ਅਗਰ ਅਸੀਂ ਵਿੱਚੋਂ ਕੋਈ ਗੱਲਬਾਤ ਕਰਨੀ ਹੈ, ਹਰਲੀਨ ਦੇ ਨਾਲ ਕੋਈ ਗੱਲਬਾਤ ਪੁੱਛਣੀ ਹੈ ਜਾਂ ਕਰਨੀ ਹੈ, ਤੇ ਅਸੀਂ ਉਹ ਅਸੀਂ ਚੈਟ 'ਚ ਲਿਖ ਸਕਦੇ ਹਾਂ ਜਾਂ ਹੈਂਡ ਰੇਜ਼ ਕਰਕੇ ਅਸੀਂ ਕੁਝ ਪੁੱਛਣਾ ਹੋਏ ਤੇ ਗੱਲਬਾਤ ਵੀ ਕਰ ਸਕਦੇ ਹਾਂ। ਤੇ ਹਰਲੀਨ ਕਹਿੰਦੀ ਹੈ, ਛੇੜ ਤਰੰਗ ਮ੍ਰਿਦੰਗ ਵਜਾਵੇਂ, ਕੌਣ ਛੇ ਛੋ ਜਾਏ ਕੌਣ, ਅਦਿਖ ਰਹੇ ਪੈੜ ਬਣਾਵੇਂ, ਮਨ ਮੰਦਰ ਮਹਿਕਾਵੇ ਕੌਣ, ਬਿਨ ਬੋਲੀ ਸੁਰ ਸਜਾਵੇ, ਤਾਣ ਤੰਬੂਰੇ ਵਜਾਵੇ ਕੌਣ, ਹੋਸ਼ੋਂ ਬੇਹੋਸ਼ ਕਰੇ ਬਾਗੀ ਇਤਰ ਵਹਾਵੇ ਕੌਣ, ਸੁਪਨੇ ਵਿੱਚ ਮੇਰਾ ਸਾਹਿਬ ਮਿਲਦਾ ਹੈ, ਨੈਣੀ ਨੀਂਦ ਲਿਆਵੇ ਕੌਣ, ਨੈਣੀ ਨੀਂਦ ਲਿਆਵੇ ਕੌਣ। ਤੇ ਉਹ ਹਿੰਦੀ ਵਿੱਚ ਵੀ ਲਿਖਦੇ ਹੈ ਤੇ ਕਹਿੰਦੀ ਹੈ, ਅੱਛਾ ਚਲੋ बैठो, अच्छा चलो बैठो, बैठो जरा चैन से, इत्मीनान से और सुनो। इमेजिनेशन देखो और सुनो, ये चींटियां क्या बात करती हैं कान में आपस में, ये चींटियां क्या बात करती हैं आपस में, मिट्टी पर एक लीक बनाती किधर आ रही है, पूछो इनसे ये बताएंगी तुम्हें अब धरती किस मूड में है, बताएंगी अब के सर्दी पड़ेगी खूब,
या फिर तरसोगे फिर से तुम वो लंबा कोट डालने को, मेरी और यूं क्या देखते हो, अरे सच में करती हैं चींटियां बातें, बैठो तो इत्मीनान से। अगर हम इत्मीनान से बैठेंगे तो सुनेंगे ना चींटियां क्या बात करती हैं। वाह हलीम जी क्या बात है, जबरदस्त। और बहुत कहती है शुक्रिया, मेरी बहुत किताब के मैनू जानन दावा ना करी, मेरी किताब पढ़ के मैनू जानन दावा ना कर, मेरे शब्द जादूगर है पेस बदलते रहंदे। वाह जी वाह वाह। वाह, बहुत ये अच्छा। हमारी हरलीन है, तो मैं बहुत 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 प्यार से मैं हरलीन का वेलकम करती हूँ। बहुत तो शुक्रिया मैं रिंटू जी। अब मैं सुरजीत जी से कहूंगी कि वो फॉर्मली जो है रूबरू जो है, क्योंकि रूह से रूह तक का सोल कनेक्शन है ना, तो निकलती है अंदर से बातें निकल आती है। बिल्कुल बिल्कुल तो बिल्कुल, मैं अब जबरदस्ती निकल रही है। जबरदस्ती निकल रही है, सच्ची में जबरदस्ती निकल रही है। तो मैं अब सुरजीत जी से कहूंगी कि वो पूरा जो असली रूबरू है रस्मी तौर से आपका स्वागत भी करेंगी, और आपके बारे में जो बताना है हमें बताएंगी, फिर उसके बाद हम आपसे बात करेंगे। जी सुरजीत जी। Thank you, Rintu ji. Thank you, MWC, Malta Women Council. Thank you so much for giving us these kind of soulful sessions like Roo Se Roo Tak. ਅੱਜ ਅਸੀਂ ਆਪਣੀ ਰੂਹ ਦੀ ਸਖੀ ਹਰਲੀਨ ਨੂੰ ਮਿਲ ਰਹੇ ਹਾਂ। ਜਿਵੇਂ ਰਿੰਟੂ ਪਾਟਿਆ ਜੀ ਨੇ ਹਰਲੀਨ ਬਾਰੇ ਬਹੁਤ ਕੁਝ ਦੱਸ ਦਿੱਤਾ ਹੈ। ਮੈਂ ਨਿਦਾ ਫਾਜ਼ਲੀ ਦੇ ਸ਼ਬਦਾਂ ਦੇ ਵਿੱਚ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਆਦਮੀ में होते हैं 10-20 आदमी, हर एक आदमी में होते हैं 10-20 आदमी, जिसको भी देखिए बार बार देखिए। तो ये ਜਿਹੜੀ ਗੱਲ ਹੈ ਇਹ ਸਾਡੀ ਹਰਲੀਨ ਤੇ ਬਹੁਤ ਜ਼ਿਆਦਾ ਟੁਕਦੀ ਹੈਗੀ ਹੈ। ਪਤਾ ਨਹੀਂ ਇਹ ਨਿੱਕੀ ਜਿਹੀ ਕੁੜੀ ਨੇ ਇੰਨਾ ਕੁਝ ਆਪਣੇ ਅੰਦਰ ਕਿਵੇਂ ਸਮੋ ਲਿਆ ਹੈਗਾ ਹੈ ਕਿ ਇਹ ਸੱਚਮੁੱਚ ਹੀ ਰਿੰਟੂ ਕਹਿੰਦੇ ਨੇ ਕਿ ਇਹ ਤਿਤਲੀਆਂ ਵਰਗੀ ਕੁੜੀ ਹੈ, ਤੇ ਮੈਂ ਇਹਨੂੰ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਇਹ ਜੁਗਨੂਆਂ ਵਰਗੀ ਕੁੜੀ ਹੈ, ਇਹ ਜੁਗਨੂ ਵਾਂਗ ਜਗਦੀ ਹੈ। ਸੋ ਮੈਂ ਇਹਦੇ ਲਈ ਆਪਣੀ ਨਵੀਂ ਕਿਤਾਬ ਦੇ ਵਿੱਚ ਇੱਕ ਇਹਦਾ ਸ਼ਬਦ ਚਿੱਤਰ ਲਿਖਿਆ ਸੀ। ਪਹਿਲਾਂ ਮੈਂ ਸਾਰਿਆਂ ਨਾਲ ਉਹ ਸਾਂਝਾ ਕਰਾਂਗੀ, ਫਿਰ ਅਸੀਂ ਹੌਲੀ ਹੌਲੀ ਇਹਦੀਆਂ ਹਰਲੀਨ ਦੀ ਜਿਹੜੀ ਕਲਾਤਮਿਕਤਾ ਹੈ ਉਹਦੀਆਂ ਅਸੀਂ ਪਰਤਾਂ ਖੋਲਾਂਗੇ। तो हरलीन सोना, देखो ਇਹਦਾ ਨਾਮ ਵੀ ਹੈ ਸੋਨਾ। ਹਰਲੀਨ ਜੁਗਨੂ ਵਰਗੀ ਕੁੜੀ ਨੇਰਿਆਂ ਨੂੰ ਰੌਸ਼ਨ ਕਰਦੀ, ਸ਼ਹਿਰ ਦੀਆਂ ਕਸਮੈਲੀਆਂ ਕੰਧਾਂ ਤੇ ਮੋਰ ਤੋਤੇ ਚਿੱਤਰ ਕੇ ਉਦਾਸੇ ਸ਼ਹਿਰ 'ਚ ਰੰਗ ਭਰਦੀ, ਬਾਲਾਂ ਨਾਲ ਗੱਲਾਂ ਕਰਦੀ ਬਾਲ ਹੋ ਜਾਂਦੀ, ਨੱਚਦੀ ਟੱਪਦੀ ਖੋ ਜਾਂਦੀ, ਦਿਲ ਖੋਲ ਕੇ ਹੱਸਦੀ ਤਾਂ ਉਸ ਦੀਆਂ ਅੱਖਾਂ ਤਾਰਿਆਂ ਵਾਂਗ ਲਿਸ਼ਕਦੀਆਂ। ਦਿਲ ਖੋਲ ਕੇ ਹੱਸਦੀ ਤਾਂ ਉਸ ਦੀਆਂ ਅੱਖਾਂ ਤਾਰਿਆਂ ਵਾਂਗ ਲਿਸ਼ਕਦੀਆਂ, ਹਰ ਅਣਗੌਲੀ ਵਸਤੂ ਨੂੰ ਸੋਝ ਨਾਲ ਸ਼ਿੰਗਾਰਨਾ ਜਾਣਦੀ, ਸ਼ਮਾਦਾਨਾ ਵਾਂਗ ਹਨੇਰਿਆਂ 'ਚ ਲਟ ਲਟ ਜਗਣਾ ਜਾਣਦੀ। ਆਪਣੇ ਆਪ ਨੂੰ ਆਪ ਲਿਖਦੀ, ਆਪਣੇ ਆਪ ਨੂੰ ਖੁਦ ਪਰਿਭਾਸ਼ਿਤ ਕਰਦੀ, ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਤੁਹਾਡੇ ਅੰਦਰ ਡੂੰਘੀ ਲੱਥਦੀ ਜਾਂਦੀ। ਚਾਨਣ ਦੀ ਤਾਰ ਜਿਹੀ ਉਹ ਕੁੜੀ ਕਵਿਤਾ ਜਿਉਂਦੀ, ਕਵਿਤਾ ਲਿਖਦੀ, ਖੁੱਲੀ ਕਵਿਤਾ ਵਾਂਗ ਤੁਹਾਡੀ ਹਸਤੀ ਤੇ ਫੈਲ ਜਾਂਦੀ, ਤੇ ਜਦੋਂ ਉਸ ਦੀਆਂ ਅੱਖਾਂ 'ਚੋਂ ਸਰੋਦੀ ਕਵਿਤਾ ਝਰਨ ਲੱਗਦੀ ਤਾਂ ਉਹ ਸੁਰ ਮੰਡਲਾਂ 'ਚ ਲੱਥ ਜਾਂਦੀ, ਲੈ ਤੇ ਤਾਲ ਹੋ ਜਾਂਦੀ। 2 ਕੱਪ ਚਾਹ ਦੇ ਮੂਹਰੇ ਬੈਠ ਮੁਸਕਰਾ ਕੇ ਜਦ ਤੁਹਾਡੀਆਂ ਅੱਖਾਂ 'ਚ ਵੇਖ ਤੁਹਾਨੂੰ ਸਵਾਲ ਪੁੱਛਦੀ, ਤੁਸੀਂ ਉਸ ਦੇ ਰੌਂ 'ਚ ਵਹਿ ਭੁੱਲ ਜਾਂਦੇ ਕਿ ਉਹ ਸਾਹਮਣੇ ਕੈਮਰਾ ਤੁਹਾਨੂੰ ਵੇਖ ਰਿਹਾ ਹੈ। ਅੱਜ ਕੱਲ ਉਹ ਯੋਗ ਸਾਧਨਾ ਕਰਦੀ, ਪਤਾ ਨਹੀਂ ਕਿਵੇਂ ਦੂਰੀ ਤੀਰੀ ਹੋ ਜਾਂਦੀ, ਧਿਆਨ 'ਚ ਵਿਲੀਨ ਹੋ ਜਾਂਦੀ। ਹਨੇਰੀ ਰਾਤ ਵੱਲ ਜਦੋਂ ਉਹ ਨੀਝ ਲਾ ਕੇ ਤੱਕਦੀ, ਉਸਦੇ ਸਾਰੇ ਜੁਗਨੂ ਕਵਿਤਾ ਹੋ ਜਾਂਦੇ। ਉਹ ਤਿਲ ਤਿਲ ਕਵਿਤਾ ਨਾਲ ਰਸਾਈ ਕਰਦੀ, ਖੁਦ ਅਲੋਪ ਹੋ ਜਾਂਦੀ। ਹਰਲੀਨ ਕਵਿਤਾਬ ਹੋ ਜਾਂਦੀ, ਹਰਲੀਨ ਕਵਿਤਾਬ ਹੋ ਜਾਂਦੀ। ਵਾਹ ਜੀ। ਮੈਂ ਇਹ ਹਰਲੀਨ ਦੇ ਲਈ ਇੱਕ ਸ਼ਬਦ ਚਿੱਤਰ ਲਿਖਿਆ ਸੀ, ਸੋ ਜਿਹੜਾ ਕਿ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਪਰ ਹਰਲੀਨ ਇਸ ਤੋਂ ਬਹੁਤ ਅੱਗੇ ਹੈਗੀ ਹੈ। ਹਰਲੀਨ ਦੀ ਅਸੀਂ ਸਭ ਤੋਂ ਪਹਿਲਾਂ ਅਸੀਂ ਉਹਦੀ ਨਜ਼ਮ ਦੀ, ਉਸਦੀ ਕਵਿਤਾ ਦੀ ਹੀ ਗੱਲ ਕਰਦੇ ਹਾਂ। ਹਰਲੀਨ ਲਿਖਦੀ ਹੈ, ਉਹਦੀ ਆਪਣੀ ਕਵਿਤਾ ਬਾਰੇ ਆਪ ਹੀ ਲਿਖਦੀ ਹੈ कि लिख हवा पर गीत, हिंदी च लिखा है इसने, लिख हवा पर गीत, पत्तों पर कविता, धूप से बतियाते रहना, बारिश से बूंदों से बुलबुलों से कहना,
आते जाते रहना, वाह, बारिश से बूंदों से बुलबुलों से कहना आते जाते रहना। ਹਰਲੀਨ, ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਸਾਡੇ ਨਾਲ ਆਪਣੇ ਦਿਲ ਦੀਆਂ ਰੂਹ ਦੀਆਂ ਗੱਲਾਂ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਇਹੋ ਜਿਹੀ ਇੰਨੀ ਖੂਬਸੂਰਤ ਕਵਿਤਾ ਕਦੋਂ ਤੇ ਕਿਵੇਂ ਲਿਖਣੀ ਸ਼ੁਰੂ ਕੀਤੀ? बहुत शुक्रिया रिंटू जी दा इस प्रोग्राम की शुरुआत लई, और सुरजीत दी भी तुहाडा बहुत शुक्रिया जो इन्नी अच्छी इंट्रोडक्शन दी। और सवाल भी बड़ा सोहना पूछा कि कविता की शुरुआत किस तरह हुई। सो सारे जिन्ने भी इत्थे हाजिर ने लोग, मैं हिंदी बोला कि पंजाबी, काइंडली डू लेट मी नो। दोनों बोल सकते हो। ਸਾਰਾ Okay. ਕੁਝ ਸੋ ਮੈਂ ਅਗਰ ਕਵਿਤਾ ਦੀ ਸ਼ੁਰੂਆਤ ਦੀ ਗੱਲ ਕਰਾਂ ਕਿ ਸ਼ੁਰੂਆਤ ਕਿਸ ਤਰ੍ਹਾਂ ਹੋਈ, ਤਾਂ ਬਹੁਤ ਲੋਕ ਕਹਿੰਦੇ ਆ ਕਿ ਕਵਿਤਾ ਲਿਖਣ ਦਾ ਕੋਈ ਮੌਸਮ ਨਹੀਂ ਹੁੰਦਾ, ਹੈ ਨਾ। ਸਾਰੇ ਹੀ ਮੌਸਮ ਕਵਿਤਾ ਦੇ ਹੁੰਦੇ ਆ, ਹਰ ਪਲ ਦੇ ਵਿੱਚ ਮੌਜੂਦ ਹੈ, ਔਰ ਮੈਂ ਵੀ ਇਹਦੇ ਨਾਲ 100% ਅਗਰੀ ਕਰਦੀ ਹਾਂ। ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਵਿਤਾ ਕਿਸ ਮੌਸਮ 'ਚ ਉਤਰੇ, ਇਹ ਬ੍ਰਹਿਮੰਡ ਦਾ ਸਾਨੂੰ ਗਿਫਟ ਹੁੰਦਾ ਹੈ। ਸੋ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਥੋੜਾ ਉਸ ਵੇਲੇ ਦੁਖੀ, ਜਿਹਨੂੰ ਅਸੀਂ ਕਹਿੰਦੇ ਆ, ਜਿਹਦੇ ਵਿੱਚ ਅਸੀਂ ਕਿਸੇ ਲਰਨਿੰਗ ਫੇਜ਼ ਵਿੱਚੋਂ ਨਿਕਲ ਰਹੇ ਹੁੰਨੇ ਆ ਦੁੱਖ ਕਰਕੇ, ਸੋ ਮੇਰਾ ਉਹ ਫੇਜ਼ ਸੀਗਾ। ਸੋ ਉਹਦੇ ਵਿੱਚ ਮੈਂ ਕਵਿਤਾ ਦੀ ਸ਼ੁਰੂਆਤ ਹੋਈ ਤੇ ਪਤਾ ਵੀ ਨਹੀਂ ਸੀਗਾ ਕਿ ਅਸੀਂ ਇਹਨੂੰ ਕਵਿਤਾ ਕਹੀਦਾ ਹੈ ਨਾ। ਕਵਿਤਾ ਜਿਹੜੀ ਹੈ ਅਸੀਂ ਲਿਖਦੇ ਆ ਤੇ ਲੋਕ ਕਹਿੰਦੇ ਆ ਕਿ ਕਵਿਤਾ ਪਹਿਲਾਂ ਅਸੀਂ ਪੜ੍ਹਦੇ ਆ, ਸਾਨੂੰ ਸੋਝੀ ਆਂਦੀ ਹੈ ਕਿ ਕਵਿਤਾ ਕਿਹਨੂੰ ਕਹਿੰਦੇ ਆ, ਕਿਸ ਤਰ੍ਹਾਂ ਲਿਖੀ ਦੀ ਹੈ। ਪਰ ਮੈਂ ਨਹੀਂ ਸੀ ਅੱਛੀ ਰੀਡਰ ਸਪੈਸ਼ਲ ਕਿਸੇ ਸਪੈਸੀਫਿਕ ਟਾਈਪ ਦੀਆਂ ਕਿਤਾਬਾਂ ਦੀ। ਪਰ ਕਵਿਤਾ ਮੇਰੇ ਹਿੱਸੇ ਆਈ ਬਿਕਾਜ਼ ਸਮਥਿੰਗ ਹੈਪਨਡ ਇਨ ਮਾਈ ਲਾਈਫ। ਆਈ ਲੋਸਟ ਮਾਈ ਹਸਬੈਂਡ ਤੇ ਮੇਰੇ ਕੋਲ ਉਹ ਕਹਿੰਦੇ ਨਾ ਮੇਰਾ ਮੀ ਟਾਈਮ ਬਹੁਤ ਵੱਧ ਗਿਆ ਸੀ। ਤੇ ਰਾਤ ਨੂੰ ਜਦੋਂ ਸਾਰਿਆਂ ਨੇ ਸੌਂ ਜਾਣਾ ਤੇ ਆਪਣੇ ਫੋਨ ਦੇ ਮੈਸੇਜ ਬਾਕਸ ਵਿੱਚ ਕੁਝ ਲਿਖਣਾ ਤੇ ਉਹਨੂੰ ਸਾਂਭ ਲੈਣਾ। ਫਿਰ ਕੁਝ ਮਹੀਨਿਆਂ ਬਾਅਦ ਜਦੋਂ ਆਪਣੇ ਘਰਦਿਆਂ ਨੂੰ, ਆਪਣੀ ਮਾਂ ਨੂੰ ਜਾਂ ਕਿਸੇ ਹੋਰ ਨੂੰ ਸੁਣਾਣੀ ਤੇ ਲੱਗਣਾ, ਉਹਨਾਂ ਨੇ ਕਹਿਣਾ ਇਹ ਤਾਂ ਪੋਇਮ ਹੈ। ਤੇ ਉਦੋਂ ਇਹ ਸ਼ੁਰੂਆਤ ਹੋਈ। ਤੇ ਜਿਹੜੀ ਮੈਂ ਇੱਕ ਸੁਰਜੀਤ ਦੀਦੀ ਨੂੰ ਮੈਂ ਇਸੇ ਦੀ ਇੱਕ ਐਕਸਟੈਂਡਡ ਆਨਸਰ ਮੈਂ ਇਸ ਕੁਐਸਚਨ ਦਾ, ਜਿਹੜੀ ਕਵਿਤਾ ਮੇਰੇ ਬਹੁਤ ਦਿਲ ਦੇ ਕਰੀਬ ਹੈ, ਜਿਹਨੇ ਮੈਨੂੰ ਜਿਉਣਾ ਸਿਖਾਇਆ, ਉਹ ਇਹ ਸੀ ਕਿ ਜਦੋਂ ਦੁੱਖ ਦਾ ਦੌਰ ਹੁੰਦਾ ਤਾਂ ਅਸੀਂ ਕਈ ਵਾਰ ਆਪਣੀ ਜ਼ਿੰਦਗੀ ਨੂੰ ਮੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਅਨਨੈਚੁਰਲ ਵੇ ਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਤਰੀਕਾ ਬਣਾਉਂਦੇ ਹਾਂ। ਕੋਈ ਉਸਨੂੰ ਸੁਸਾਈਡ ਦਾ ਨਾਮ ਦਿੰਦਾ ਹੈ ਨਾ। ਤੇ ਮੈਂ ਵੀ ਉਹੀ ਕਹਿਣਾ ਚਾਹਾਂਗੀ। ਪਰ ਉਸ ਮੌਕੇ ਮੇਰੇ ਕੋਲ ਕਵਿਤਾ ਆਈ ਔਰ ਮੈਨੂੰ ਉਸ ਕਵਿਤਾ ਨੇ ਇਸ ਤਰ੍ਹਾਂ ਮੇਰੇ ਦਰਵਾਜ਼ੇ ਤੇ ਦਸਤਕ ਦੇ ਕੇ ਮੈਨੂੰ ਬਚਾਇਆ। ਉਸਨੇ ਆਖਿਆ, ਇਸ ਉਮਰੇ ਕੁਝ ਰਹਿ ਗਿਆ ਬਾਕੀ, ਇਸ ਉਮਰੇ ਕੁਝ ਰਹਿ ਗਿਆ ਬਾਕੀ, ਅਫਸੋਸ ਨਹੀਂ ਬਸ ਕੁਝ ਕਹਿਣਾ ਬਾਕੀ। ਬੇਹਿਸਾਬੀ ਬਦਨਸੀਬੀ ਸਹਿਣ ਨੂੰ ਹੁਣ ਜਿਸਮ ਨਹੀਂ ਬਾਕੀ, ਫੁਰ ਕਰਦਾ ਰੂਹ ਦਾ ਉਡਣਾ, ਇਤਫਾਕ ਨਹੀਂ ਲਿਖਿਆ ਹੈ ਸਾਕੀ। ਸੋ ਇਹ ਪਹਿਲੀ ਵਾਰ ਮੇਰੇ ਲਿਖੇ ਸ਼ਬਦ ਸੀਗੇ। ਸੋ ਇਹ ਕਵਿਤਾ ਬਣੀ। ਹਾਂ, ਇੱਕ ਮਿੰਟ ਸੁਰਜੀਤ ਜੀ, ਹਰਲੀਨ ਜੀ, ਅਗਰ ਤੁਸੀਂ ਥੋੜਾ ਹਿੰਦੀ ਵੀ ਨਾਲ ਬੋਲੋਗੇ, ਕਿਉਂਕਿ ਗੀਤਾ ਜੀ ਸਾਡੇ ਨਾਲ ਨੇ। ਗੀਤਾ ਜੀ ਨੂੰ ਪੰਜਾਬੀ ਮਤਲਬ ਬਹੁਤ ਜ਼ਿਆਦਾ ਪੰਜਾਬੀ ਜਿਹੜੀ ਹੈ ਉਹਨਾਂ ਨੂੰ ਫਿਰ ਅੰਡਰਸਟੈਂਡ ਨਹੀਂ ਕਰ ਪਾਣਗੇ। ਬਿਲਕੁਲ, ਤੁਸੀਂ ਪਲੀਜ਼ ਥੋੜਾ ਜਿਹਾ ਹਿੰਦੀ ਦੇ ਵਿੱਚ ਵੀ ਨਾਲ श्योर, मैं ध्यान रखूंगी गीता जी, आपके लिए हिंदी भी बोलूंगी। ਥੈਂਕ ਯੂ ਜੀ ਸੁਰਜੀਤ ਜੀ। ਸੁਰਜੀਤ ਜੀ ਤੁਸੀਂ ਮਿਊਟ ਹੋ। ਹਾਂਜੀ ਹਰਲੀਨ, ਬਹੁਤ ਅੱਛਾ, ਬਹੁਤ ਵਧੀਆ। ਤੁਸੀਂ ਬਹੁਤ ਸੰਖੇਪ ਦੇ ਵਿੱਚ ਦੱਸਿਆ ਆਪਣਾ ਸਫ਼ਰ ਕਿਵੇਂ ਸ਼ੁਰੂ ਹੋਇਆ। ਹਾਂ ਕਿ ਉਹ हिंदी ਵਿੱਚ ਵੀ ਇੱਕ ਕਵਿਤਾ गीता जी बता सकते हैं कि वैरागी होगा पहला कवि, आह से निकला होगा गायन। सो मेरा ख्याल है कि ਤੁਸੀਂ ਉਹੀ ਗੱਲ ਕੀਤੀ ਹੈ ਕਿ ਵਾਕਈ ਕਵਿਤਾ ਜਿਹੜੀ ਹੈ ਇਨਸਾਨ ਦੇ ਅੰਦਰੋਂ ਉਦੋਂ ਹੀ ਨਿਕਲਦੀ ਹੈ ਜਦੋਂ ਉਹ ਪਿਘਲ ਜਾਂਦਾ ਹੈ ਪੂਰੇ ਦਾ ਪੂਰਾ, ਨਾ। ਤੇ ਥੈਂਕ ਯੂ। ਤੁਸੀਂ ਹੁਣ ਆਪਣੀ ਕੋਈ ਕਵਿਤਾ ਸਾਨੂੰ ਸੁਣਾਓ, ਗਾ ਕੇ ਸੁਣਾਓ। ਗਾ ਕੇ ਸੁਣਾਵਾਂ? ਹਾਂਜੀ।
ਆਪਣੀ ਜਾਂ ਪਾਤਰ ਸਾਹਿਬ ਦੀ ਸੁਣਾ ਸਕਦੇ ਤੁਸੀਂ? ਚਲੋ ਥੋੜਾ ਹਾਂਜੀ। ਜਿਹਾ ਕੁਛ, ਚਲੋ ਬੱਚਿਆਂ ਵਾਲੀ ਗਾ ਕੇ ਸੁਣਾ ਦਿਆਂਗੀ। ਹਾਂਜੀ, ਠੀਕ ਹੈ। ਬੱਚਿਆਂ ਵਾਲੀ। ਮੈਂ ਉਹ ਬੱਚਿਆਂ ਦਾ ਤੁਹਾਨੂੰ ਬਾਅਦ ਚ ਪੁੱਛਣਾ ਸੀ, ਤੁਸੀਂ ਆਪਣੀ ਹਾਲੇ ਨਜ਼ਮ ਸੁਣਾਓ। ਓਕੇ, ਹਾਂਜੀ। ਚਲੋ ਆਪਣਾ ਕੁਝ ਐਕਚੁਅਲੀ ਮੇਰੇ ਇਸੇ ਫੋਨ ਦੇ ਇਨਬਾਕਸ ਦੇ ਵਿੱਚ ਉਹ ਮੈਂ ਸੇਵ ਕੀਤੀਆਂ ਸੀ ਤੇ ਉਹ ਹੁਣ ਇੱਥੇ ਮੈਂ ਫੋਨ ਤੋਂ ਜੁਆਇਨ ਕਰ ਲਿਆ। ਹਾਂ। ਸੋ ਉਹ ਆਈਪੈਡ ਦੇ ਉਹਦੇ ਕਰਕੇ, ਸੋ ਹੁਣ ਮੈਂ ਏਦਾਂ ਕਵਿਤਾ ਜੋ ਮੈਨੂੰ ਚੇਤੇ ਆ ਉਹ ਸੁਣਾ ਦੇਣੀ ਆ। ਠੀਕ ਹੈ। ਹਾਂਜੀ, सो ਹਾਂਜੀ। हिंदी वालियां मैं गाए बगैर ही सुनावांगी, कुछ जी, गल्लां कर जी, दे। कोई गल नहीं। जैसे आपने अभी ये सवाल पूछा मेरे से कि कविता का क्वेश्चन था आपका पहले वाला सुरजीत जी, तो ਹਾਂਜੀ। कविता का क्वेश्चन, एक मेरी किताब थी पहली पोइट्री की, उसका नाम तेरे तक खुली कविता दी किताब है। सो उस किताब में पात्र साहब ने जो शुरुआत में लिखा उसमें उन्होंने एक कोट मेंशन किया जो मेरे दिल के बहुत करीब है। वो कहते हैं कि दूसरों से भाषण से, जब हम दूसरों से लड़ाई करते हैं तो भाषण उसमें से निकलता है, दूसरों से लड़ाई करते हैं तो भाषण निकलता है उसमें से, और जब हम खुद से करते हैं तो कविता निकलती है। वाह जी वाह, क्या वाह, बात है। राइट। सो अपने आप से लड़ाई में, तो उसी तरीके से हमारा सफर आगे बढ़ता रहता है। जैसे मैं अपने कविता के सफर के बारे में छोटी छोटी 2-3 बातें कहती हूँ कविता की भाषा में, कि जैसे शीशे से मिलना रोज, अपने आप से बातें करनी, अपने सफर को आगे लेके जाने की अरदास करनी, तो कुछ यूं कह उठता था मेरा मन कि ता उम्र सीखने की तमन्ना है मेरी, ता उम्र सीखने की तमन्ना है मेरी, खुदाया शीशे से कर गुजारिश कि मुझे मेरी औकात से मिलाता रहे। क्या बात। वाह जी बहुत वाह। खूब, बहुत खूब। राइट। तो इसी तरीके से कविता जो है वो जब खुद को देखते जाना कि अब मुझ में ऐसा क्या हो कि मैं इस जिंदगी से लड़ते हुए आगे निकले। हम ह्यूमन बीइंग्स की जो है ये फितरत है, हम अगर टिक जाए ना तो हम बुझ जाते हैं, ज्यादा टिक जाएं, है ना। तो हमें दोनों का बैलेंस बनाना होता है, चलने का भी और टिकने का भी। तो कहा जाता है कि तुरिया पद कहा जाता है इसको, कि चलते चलते समाधि में रहना। तो कविता लिखते लिखते हम उस सफर पे चल पड़ते हैं कि हम जैसे मल्टीटास्किंग करते हैं, उसी तरीके से चलते चलते अपने अंदर की समाधि कायम रखते हैं, है ना। तो उसमें एक और हिंदी में आपको जब ऐसा एहसास हो और अंदर से तुम्हें कुछ सुनाई दे, वो धुन वो राग, है ना, तो तुम खुशी में कह उठते हो कि कायनात के हसीन रंग, कायनात के हसीन रंग तूने मुझ पे उड़ेल दिए, कायनात के हसीन रंग तूने मुझ पर उड़ेल दिए, यूं तो मेरी औकात नहीं खुदाया, पर तू जो भी देता है मुझको लेने की आदत सी है। क्या बात, बहुत। सो इसी तरह से कविता का सफर आगे बढ़ता रहा। सो ये मेरी छोटी छोटी ये हैं। और एक आपको अपनी कविता के सफर में, मैं बच्चों के लिए भी लिखती हूँ, वो बात हम बाद में करेंगे, लेकिन एक मैं हाइकू भी लिखती हूँ। सो हाइकू का सफर मेरी जिंदगी में बहुत इम्पोर्टेंट है, क्योंकि आज मैं लाइफ में जो भी हूँ, जितना भी सफर मैंने तय किया है, उसमें अगर मैं कहूँ तो मेडिटेशन ने भी बहुत बड़ा रोल प्ले करा है। और मेडिटेशन तक लेके जाने के लिए, जिसको हम एक स्पेसिफिक वर्ड मेडिटेशन ही मिलता है ध्यान के लिए जो हम सबकी समझ में आता है, लेकिन उस तक पहुंचने में बहुत सारी बातों का, बहुत सारे रास्तों का जिक्र होता है हमारी जिंदगी में। तो उसमें से हाइकू है। हाइकू होता है जापानी कविता है जो 3 लाइनों में कही जाती है। अगर मैं उसको लॉन्ग स्टोरी शॉर्ट में बताऊं तो एक लाइन जो है उसमें हम कुदरत का जिक्र करते हैं, जो हमारे बाहर का ब्रह्मांड है उसका जिक्र, और बाकी की 2 लाइनों में हम अपने अंदर के ब्रह्मांड का जिक्र करते हैं। तो वो हमें, जब हम उन देख पाते हैं आसानी से कि जो बाहर हो रहा है, वो डेप्थ में जाके अगर हम समझें तो अंदर भी वैसा ही मौसम है। राइट। तो कहा जाता है कि हाइकू हमें खुद से जोड़ने के लिए रास्ता बनाता है, लेकिन सच में बनाता है। तो मैं आपको अपने 1-2 हाइकू सुनाना चाहूंगी। सो 3 लाइनर्स हैं। सो मैंने पंजाबी में लिखे और किसी ने मेरे लिए, दलबीर गिल है, उन्होंने ट्रांसलेट किया था इंग्लिश में। या जैसे ये है कि चाह दा घुट मां दियां बातां सुन रहे मैं ते बोगन विला। सो हाइकू का जो
इमेजरी क्रिएट करना एक सबसे पहला पर्पस है कि वो इमेज क्रिएट करता है पाठक के सामने, बाकी पाठक तो उसकी बहुत सारी लेयर्स खोल लेता है। हाँ, तेज हनेरी मिट्टी च पैड़ छड़ उड़िया हंस, तेज हनेरी मिट्टी च पैड़ छड़ उड़िया हंस। सो ऐसे ये हाइकू, और इसका ही एक दिलचस्प सा किस्सा जिंदगी का होता है हमारा, तो उसी को हम 3 लाइनों में कैसे कहते हैं, उसको हाइबन कहा जाता है। तो छोटा सा है वो, मैं आपके लिए पढ़ती हूँ जी। ये आप सुनिए, और अगर कुछ सवाल हो तो आप इसके बारे में पूछ सकती हैं। जी। तेरी नानी दी पक्खी बहुत खूबसूरत हुंदी सी, ते ਅਸੀਂ ਤਾਂ ਬੱਤੀ ਗੁੱਲ ਹੋਣ ਤੇ ਦੁਕਾਨ ਤੋਂ ਕੱਪੜੇ ਦੇ ਥਾਨਾਂ ਵਿੱਚੋਂ ਨਿਕਲਦੇ ਗੱਤਿਆਂ ਨੂੰ ਫਾੜ ਕੇ ਪੱਖੇ ਬਣਾਉਂਦੇ ਸੀ। ਪਾਪਾ ਨੇ ਕਿਹਾ ਕਿ ਤੇਰੀ ਨਾਨੀ ਦੀ ਪੱਖੀ ਬਹੁਤ ਖੂਬਸੂਰਤ ਹੁੰਦੀ ਸੀ ਤੇ ਅਸੀਂ ਤਾਂ ਬੱਤੀ ਗੁੱਲ ਹੋਣ ਤੇ ਦੁਕਾਨ ਤੋਂ ਕੱਪੜੇ ਦੇ ਥਾਨਾਂ ਚੋਂ ਨਿਕਲਦੇ ਗੱਤਿਆਂ ਨੂੰ ਫਾੜ ਕੇ ਪੱਖੇ ਬਣਾਉਂਦੇ ਸੀ, ਮੇਰੇ ਪਾਪਾ ਨੇ ਦੱਸਿਆ। ਮੰਮੀ ਮੈਨੂੰ ਦੱਸਣ ਲੱਗ ਪਏ ਕਿ ਸੋਹਣੀਆਂ ਪੱਖੀਆਂ ਕਿਵੇਂ ਬਣਾਈਦੀਆਂ ਨੇ। ਦੱਸਦਿਆਂ ਦੱਸਦਿਆਂ ਅਚਾਨਕ ਕਹਿੰਦੇ, ਤੂੰ ਹੁਣ ਮੈਨੂੰ ਰਵਾ ਦੇਣਾ, ਕਮਲੀ ਕਿਹੜੀਆਂ ਕਿਹੜੀਆਂ ਯਾਦਾਂ ਨਾਨੀ ਦੀਆਂ ਛੇੜ बैठती हैं। सो इतना वार्तक लिख के फिर पीछे इसके हाइकू लिखा जाता है, जैसे मैंने लिखा, नानी दा ट्रंक पक्षी दी उदड़ी झालर ते लिशकिया सितारा। तो ये भी एक पोइट्री का डिफरेंट किस्म का स्वाद है, जो जापान से पंजाब तक का सफर डिफरेंट किताबों से होता हमारे तक पहुंचा। क्या बात है। शुक्रिया जी। बहुत 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 ਵਧੀਆ। ਤੇ ਹਰਲੀਨ ਤੁਸੀਂ ਹੁਣ ਕੋਈ ਆਪਣੀ ਨਜ਼ਮ ਜੋ ਹੈ ਉਸ ਨੂੰ ਗਾ ਕੇ ਸੁਣਾਓ। ਮੈਂ ਤੁਹਾਨੂੰ ਆਪਣਾ ਕੰਪਿਊਟਰ ਦੇਣ ਲੱਗੀ ਆ ਤੇ ਤੁਸੀਂ ਆਪਣਾ ਉਧਰੋਂ ਬੰਦ ਕਰ ਲਓ, ਕਿਉਂਕਿ ਤੁਹਾਨੂੰ ਉਹਦੇ ਵਿੱਚੋਂ ਕਵਿਤਾਵਾਂ ਲੱਗੀਆਂ। ਫੋਨ 'ਚ ਪੋਇਟਰੀ ਲੈਣੀ ਹੋਣੀ ਹੈ ਤੁਸੀਂ। परफेक्ट। ਹਾਂ ਤੇ ਕੋਈ ਗੱਲ ਨਹੀਂ, ਤੁਸੀਂ ਜੀ ਪਲੀਜ਼ ਕੋਈ ਸੁਣਾਓ ਨਜ਼ਮ। ਹਾਂਜੀ, ਹੁਣ ਠੀਕ ਹੋ ਜਾਏਗਾ ਜੀ। ਤੁਸੀਂ ਆਪਣੀ ਕੋਈ ਨਜ਼ਮ ਜੋ ਹੈ ਨਾ, ਹੈਲੋ। ਹਾਂਜੀ 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 ਸੁਣਾਓ। जस्ट ਜੇ ਉਹ ਸੁਣਾ ਦੋ ਕਿ ਪਾਤਰ ਸਾਹਿਬ ਦੀ ਮੇਰੇ ਉਹ ਵੀ ਅੰਦਰ ਜ਼ਰੂਰ ਸੁਣਾ ਦਿਆਂਗੀ। ਉਸ ਤੋਂ ਪਹਿਲਾਂ ਆਪਣੀ ਇੱਕ ਸੁਣਾਨੀ ਹੈ। ਜੀ ਜੀ। तो बहुत शुक्रिया ਤੁਹਾਡਾ ਸਾਰਿਆਂ ਦਾ ਮੈਨੂੰ सुनने ਲਈ। सो ये पंजाबी में ही है। मैं उम्मीद करती हूँ कि इंटेंशन डिलीवर होएगी। तो बहुत सारे हमारे जिंदगी के फेज होते हैं जो हमें कविता के पास ही नहीं बिठाते, हमें कविता ही बना देते हैं। हम अपने राग को सुन पाते हैं कि अंदर उदासी। कैमरा ऑन कर लो हरलीन, कैमरा ऑन कर लो प्लीज। ओके जी। हाँ जी राइट जी। मैं उदास हाँ बड़ी, मैं उदास हाँ बड़ी, शर्मसार हाँ बड़ी, शब्द अपने दी गुनाहगार हाँ बड़ी। गजल आखड़ा है कि, गजल आखड़ा है कि ए ना जाना मैं इतरायों रही, गजल कार हाँ बड़ी। वाह। मैनू पढ़दे ने, मैनू पढ़दे ने सुन दे, मैनू पढ़दे ने सुन दे, दाद दिंदे ने जो मन दे ने शायद ओ कलाकार हाँ बड़ी। मेरे सावे, मेरे सावे आज मेरा ही
अक्स डर ਰਿਹਾ ਮੇਰੇ ਸਾਵੇਂ ਅੱਜ ਮੇਰਾ ਹੀ ਅਕਸ ਡਰ ਰਿਹਾ ਮੁਖੌਟਿਆਂ ਦੀ ਜਿਵੇਂ ਪਰ ਮਾਰ ਹਾਂ ਬੜੀ ओहो क्या बात। ਖਾਲੀ ਕਾਸੇ ਚ ਮੇਰੇ ਜੋ ਨੂਰ ਭਰ ਗਿਆ ਵਾਹ ਜੀ ਵਾਹ। ਖਾਲੀ ਕਾਸੇ ਚ ਮੇਰੇ ਜੋ ਨੂਰ ਭਰ ਗਿਆ ਜਾਣਦਾ ਚਾਨਣ ਦੀ ਤਲਬਗਾਰ ਹਾਂ ਬੜੀ ਜਾਣਦਾ ਚਾਨਣ ਦੀ ਤਲਬਗਾਰ ਹਾਂ ਬੜੀ ਚਾਰ ਟੋਂਗ ਸਾਰੇ ਹੌਲੀ ਫੁੱਲ ਮੈਂ ਹੋ ਗਈ ਚਾਰ ਟੋਂਗ ਸਾਰੇ ਹੌਲੀ ਫੁੱਲ ਮੈਂ ਹੋ ਗਈ ਅੱਜ ਇਸ਼ਕ ਆਪਣੇ ਚ ਸਰਸ਼ਾਰ ਹਾਂ ਬੜੀ ਅੱਜ ਇਸ਼ਕ ਆਪਣੇ ਚ ਸਰਸ਼ਾਰ ਹਾਂ ਬੜੀ ਉਹ ਮਿਲੇ ਤਾਂ ਸਹੀ ਉਹ ਮਿਲੇ ਤਾਂ ਸਹੀ ਮੈਂ ਸਿਰਫ ਸੁਣਾਂਗੀ ਉਹ ਮਿਲੇ ਤਾਂ ਸਹੀ ਮੈਂ ਸਿਰਫ ਸੁਣਾਂਗੀ ਚੁੱਪ ਆਪਣੀ ਚ ਪਿਆਰ ਦੀ ਬੌਛਾਰ ਹਾਂ ਬੜੀ ਚੁੱਪ ਆਪਣੀ ਚ ਪਿਆਰ ਦੀ ਬੌਛਾਰ ਹਾਂ ਬੜੀ। वाह जी वाह, बहुत खूब बहुत ਬਹੁਤ ਖੂਬ ਬਹੁਤ ਖੂਬ, ਵੈਰੀ ਨਾਈਸ। ਚਲੋ ਇਹ ਤੇ ਸੀ ਤੁਹਾਡਾ ਬਹੁਤ ਵਧੀਆ ਸਫ਼ਰ ਜੋ ਕਿ ਤੁਸੀਂ ਕਵਿਤਾ ਰਾਹੀਂ ਤੈਅ ਕੀਤਾ ਹੈ। ਤੇ ਤੁਸੀਂ ਜੁਗਨੂ ਕਲੱਬ ਬਣਾਇਆ ਹੋਇਆ ਇੱਕ ਲੁਧਿਆਣੇ ਦੇ ਵਿੱਚ। ਜਿਸ ਤਰ੍ਹਾਂ ਮੈਂ ਆਪਣੀ ਕਵਿਤਾ ਵਿੱਚ ਜ਼ਿਕਰ ਕੀਤਾ ਸੀ ਕਿ ਤੁਸੀਂ ਸ਼ਹਿਰ ਦੀਆਂ ਕੰਧਾਂ ਨੂੰ ਜਿਹੜੀਆਂ ਕਿ ਗੰਦੀਆਂ ਹੋ ਗਈਆਂ ਸੀ ਉਹਨਾਂ ਬੱਚਿਆਂ ਦੇ ਦੁਆਰਾ ਉਹਨਾਂ ਨੂੰ ਇਨਸਪਾਇਰ ਕਰਕੇ ਤੁਸੀਂ ਉਹਨਾਂ ਕੰਧਾਂ ਦੇ ਉੱਤੇ ਬਹੁਤ ਸੋਹਣੀਆਂ ਪੇਂਟਿੰਗਸ ਕਰਵਾਈਆਂ। ਤੁਸੀਂ ਬੱਚਿਆਂ ਨੂੰ ਬਹੁਤ ਕੁਛ ਕਰਾਉਂਦੇ ਹੋ, ਬੜੇ ਵਧੀਆ ਰਸਤੇ ਤੇ ਪਾਉਂਦੇ ਹੋ, ਉਹਨਾਂ ਲਈ ਵਧੀਆ ਨਜ਼ਮਾਂ ਲਿਖਦੇ ਹੋ। ਤੁਸੀਂ ਉਹਦੇ ਬਾਰੇ ਸਾਡੇ ਨਾਲ ਕੋਈ ਗੱਲ ਕਰੋ। ਹਾਂਜੀ ਜ਼ਰੂਰ, ਮੈਂ ਗੱਲ ਕਰਨਾ ਚਾਹਾਂਗੀ ਹਾਂਜੀ। ਕਿ ਜੁਗਨੂ ਕਲੱਬ ਇੱਕ ਬਣਾਇਆ ਸੀ ਮੈਂ ਗਵਰਨਮੈਂਟ ਸਕੂਲਸ ਦੇ ਬੱਚਿਆਂ ਲਈ। ਉਹ ਕ੍ਰੀਏਟਿਵ ਕਲੱਬ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬੱਚਿਆਂ ਨੂੰ ਫ੍ਰੀ ਪੜ੍ਹਾਉਣ ਵਾਲੇ, ਜ਼ਰੂਰਤਮੰਦ ਬੱਚਿਆਂ ਨੂੰ ਫ੍ਰੀ ਪੜ੍ਹਾਉਣ ਵਾਲੇ ਬਹੁਤ ਸਾਰੇ ਲੋਕ ਨੇ ਔਰ ਬਹੁਤ ਅੱਛਾ ਕੰਮ ਹੋ ਰਿਹਾ ਉਹਨਾਂ ਵਾਸਤੇ। ਤੋ ਜਿਹੜੇ ਪ੍ਰਵਾਸੀ ਮਜ਼ਦੂਰ ਉੱਥੇ ਨੇ ਉਹਨਾਂ ਲੁਧਿਆਣੇ ਦੇ ਵਿੱਚ ਮੈਂ ਗੱਲ ਕਰਾਂਗੀ, ਤੋ ਉਹਨਾਂ ਦੇ ਬੱਚੇ ਬਹੁਤੇ ਗਵਰਨਮੈਂਟ ਸਕੂਲਸ ਦੇ ਵਿੱਚ ਪੜ੍ਹਦੇ ਆ ਜੀ। ਉੱਥੇ ਜਦੋਂ ਮੈਂ ਦੇਖਿਆ ਕਿ ਕਿਸੇ ਤਰੀਕੇ ਉਹਨਾਂ ਦੇ ਨਾਲ ਜਦੋਂ ਮੈਂ ਜੁੜ ਗਈ ਔਰ ਮੈਂ ਦੇਖਿਆ ਕਿ ਪੜ੍ਹਾਉਣ ਵਾਲੇ ਲੋਕ ਬਹੁਤ ਹੈ ਪਰ ਇਹਨਾਂ ਦੀਆਂ ਕ੍ਰੀਏਟਿਵ ਸਕਿੱਲਸ ਤੇ ਕੰਮ ਕਰਨ ਵਾਲਾ ਕੋਈ ਨਹੀਂ ਹੈ ਜੀ ਮੇਰੇ ਨੇੜੇ ਤੇੜੇ। ਮੇਰਾ ਦਿਲ ਕੀਤਾ ਔਰ ਮੈਂ ਬੱਚਿਆਂ ਦੇ ਨਾਲ ਜੁੜੀ ਇੱਕ ਆਂਗਨਵਾੜੀ ਦੇ ਥਰੂ। ਪਹਿਲਾਂ ਆਂਗਨਵਾੜੀ ਜਿਹੜਾ ਕਿ ਪ੍ਰੀ ਸਕੂਲ ਗਵਰਨਮੈਂਟ ਸਕੂਲਸ ਦੇ ਵਿੱਚ ਹੁੰਦਾ ਆ ਜਾਂ ਗਵਰਨਮੈਂਟ ਸਕੂਲਸ ਤੋਂ ਬਾਹਰ ਸੈਪਰੇਟ ਵੀ ਹੁੰਦੀਆਂ ਆਂਗਨਵਾੜੀ, ਉਹਨਾਂ ਦੇ ਨਾਲ ਜੁੜੀ ਔਰ ਮੈਂ ਉੱਥੇ ਦੇਖਿਆ ਕਿ ਕਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਖੁਸ਼ ਕਰ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਨੂੰ ਉਹ ਗੱਲਾਂ ਸਿਖਾ ਸਕਦੇ ਹਾਂ ਛੋਟੇ ਬੱਚਿਆਂ ਨੂੰ ਜਿਹੜੀਆਂ ਕਿ ਉਹਨਾਂ ਲਈ ਜ਼ਰੂਰੀ ਨੇ ਪਰ ਉਹਨਾਂ ਤੱਕ ਨਹੀਂ ਪਹੁੰਚਦੀਆਂ। ਤੇ ਉੱਥੇ ਫਿਰ ਜਦੋਂ ਅਸੀਂ ਗਏ ਤਾਂ ਅਸੀਂ ਦੇਖਿਆ ਕਿ ਜਿਵੇਂ ਤੁਸੀਂ ਪੇਂਟਿੰਗ ਦੀ ਗੱਲ ਕੀਤੀ, ਤਾਂ ਮੈਂ ਤੇ ਮੇਰੇ ਨਾਲ ਇੱਕ ਦੋ ਵਲੰਟੀਅਰ ਸੀ ਸ਼ੁਰੂਆਤ ਦੇ ਵਿੱਚ ਔਰ ਕੁਝ ਬੱਚੇ ਸੀਗੇ ਜਿਨ੍ਹਾਂ ਦੀ ਇਨਸਪੀਰੇਸ਼ਨ ਦੇ ਨਾਲ, ਮੇਰੀ ਬੇਟੀ ਉਹਦੀ ਫਰੈਂਡ, ਉਹਨਾਂ ਦੀ ਇਨਸਪੀਰੇਸ਼ਨ ਦੇ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਤੇ ਉੱਥੇ ਅਸੀਂ ਜਾ ਕੇ ਦੇਖਿਆ ਕਿ ਆਂਗਨਵਾੜੀ ਦੀ ਉਹਦੀ ਹਾਲਤ ਇੰਨੀ ਮਾੜੀ ਸੀ ਕਿ ਉਹਨਾਂ ਭੈੜੀਆਂ ਸਲਾਬੇ ਭਰੀਆਂ ਦੀਵਾਰਾਂ ਔਰ ਬਿਨਾਂ ਫਰਨੀਚਰ ਤੋਂ ਗੰਦੀ ਜ਼ਮੀਨ ਤੇ ਬੈਠ ਕੇ ਔਰ ਚੰਗਾ ਖਾਣਾ ਨਾ ਖਾ ਕੇ ਕ੍ਰੀਏਟਿਵ ਹੋਣਾ ਤੇ ਪਤਾ ਨਹੀਂ, ਹਾਂ ਸ਼ਾਇਦ ਸ਼ਿਕਾਇਤਾਂ ਭਰੀ ਕ੍ਰੀਏਟਿਵਿਟੀ ਜ਼ਰੂਰ ਆ ਜਾਏ ਬੱਚਿਆਂ ਨੂੰ, ਇੱਕ ਹੈਲਦੀ ਐਟਮੋਸਫੇਅਰ ਨਹੀਂ ਸੀ। ਪਰ ਫਿਰ ਉੱਥੇ ਇਹੀ ਠਾਣ ਲਿਆ ਕਿ ਇਸ ਆਂਗਨਵਾੜੀ ਨੂੰ ਅਸੀਂ ਪੇਂਟ ਕਰਾਂਗੇ, ਇਹਨੂੰ ਰੈਨੋਵੇਟ ਕਰਾਂਗੇ ਔਰ ਦੇਖਾਂਗੇ ਕਿਸ ਤਰ੍ਹਾਂ ਇਸ ਤੱਕ ਪਹੁੰਚਦੇ ਆ। ਪਰ ਉਹ ਸਿਰਫ ਸੋਚਣਾ ਹੀ ਸੀ। ਕਹਿੰਦੇ हैं कि जब हम सोच लेते हैं तो फिर पूरा ब्रह्मांड हमारे साथ हो लेता है कुछ करने के लिए। अगर उस सोचने में
हम चाहे अपना ही अच्छा कर रहे हो लेकिन किसी का बुरा नहीं कर रहे हैं, तो तब भी ब्रह्मांड हमारे साथ हो जाता है। तो अब हम यहाँ पे बात कर रहे थे कि आंगनवाड़ियों को खूबसूरत बनाएंगे, तो वहां जाके मैं खड़ी हुई तो साथ और लोग जुड़ने लगे। हमने एक आंगनवाड़ी पेंट करी, दूसरी करी, तीसरी करी, किसी ने फर्नीचर दे दिया, किसी ने पेंट्स दे दिए, वॉलंटियर आर्टिस्ट जुड़ने लगे। और यूट्यूब पे एक दो वीडियोस भी हैं, मैं ग्रुप के साथ शेयर करूंगी, आप बाद में देखिएगा उनको। तो वो जैसे हमने रेनोवेट की तो वो कैसी हुई, तो बहुत अच्छे लोग साथ जुड़ने लगे। और उन्हीं स्कूल्स में से भी कुछ बच्चे जो बहुत अच्छे आर्टिस्ट थे वो भी मेरे को अप्रोच करने लगे। तो इसी बड़े बच्चे जो बाकी बड़ी क्लासेस के क्योंकि आंगनवाड़ी में तो बहुत छोटे बच्चे होते थे, तो उनको तो एक शुरुआती फैसिलिटीज की जरूरत थी। उसके बाद जैसे ही ज्यादा बच्चे जुड़ने लगे, तो मैंने हर इतवार पार्क में अपने घर के पास ही क्लास लगानी शुरू करी थी। तो इस तरीके से क्रिएटिव क्लब की शुरुआत हो गई थी। 2 घंटे की क्लास देते थे। तो हमने देखा पार्क्स बड़े गंदे हैं आसपास के, जो कॉलोनी के, सो 2 पार्क पेंट करे, उनकी दीवारें, वहां पे कार्टून्स बनाए, ग्राफिटी डिफरेंट तरह की बनाई, अच्छे मैसेजेस लिखे। तो सारी टीम में बच्चे शामिल होने शुरू हो गए थे। जैसे बच्चे 10 साल से लेके 15-16 साल तक के बच्चे, तो वो भी अपना ब्रश उठाते थे हमारे साथ रंग लेके। तो हम एक थीम बना लेते थे पार्क के लिए, तो हमने 4 पार्क्स भी पेंट करे। एक दीवार पेंट करी बहुत बड़ी, जिसपे हमने हाइकू भी लिखे, पोइट्री सराबा नगर में तब की थी। सो इसी तरह काम करते करते बहुत सारे बच्चे जुड़ने लगे। फिर कोई और ग्रुप आके हमारे साथ जुड़े, तो उनके साथ हमने रेलवे स्टेशन पे 40 पेंटिंग्स बनाई मिलकर। तो इसी तरीके से आगे बढ़ते गए, और बच्चों के साथ जो मेरा साथ था वो काफी लंबा निभा। कोविड ने थोड़ा हमें स्लो कर दिया था। थैंक यू, बच्चे थैंक थोड़े यू, शायद थैंक यू। सो ਤੁਹਾਡੀ ਇੱਕ ਕਿਤਾਬ ਹੈ ਰਿਫਲੈਕਸ਼ਨਸ, ਜਿਹਦੇ ਬਾਰੇ ਤੁਸੀਂ ਗੱਲ ਕੀਤੀ ਹੈ, ਹਾਈਕੂ ਦੀ ਕਿਤਾਬ ਹੈ, ਹਾਂਜੀ। ਤੇ ਇੱਕ ਤੁਸੀਂ ਬੱਚਿਆਂ ਲਈ ਜਿਹੜੀਆਂ ਕਿਤਾਬਾਂ ਲਿਖੀਆਂ ਨੇ, ਕਿਉਂਕਿ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਬੱਚਿਆਂ ਲਈ ਬਹੁਤ ਘੱਟ ਜਿਹੜਾ ਬਾਲ ਸਾਹਿਤ ਲਿਖਿਆ ਜਾ ਰਿਹਾ, ਜਿਹੜਾ ਲਿਖਿਆ ਜਾ ਰਿਹਾ ਹੈ ਉਹ ਬੱਚਿਆਂ ਦੇ ਤੁਸੀਂ ਕਹੋ ਕਿ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਜਾਂ ਕਹਿ ਦੋ ਕਿ ਉਹਨਾਂ ਦੇ ਹਾਣ ਦਾ ਨਹੀਂ ਹੈਗਾ। ਸੋ ਜੋ ਤੁਸੀਂ ਲਿਖਿਆ, ਤੁਸੀਂ ਕਿਸ ਤਰ੍ਹਾਂ ਦੀਆਂ ਨਜ਼ਮਾਂ ਲਿਖੀਆਂ ਨੇ ਬੱਚਿਆਂ ਦੇ ਲਈ, ਉਹਦੇ ਵਿੱਚੋਂ ਇੱਕ ਅੱਧੀ ਸਾਨੂੰ ਸੁਣਾ ਦਿਓ। ਹਾਂਜੀ हाँ जी, जरूर मैं सुनाना चाहवांगी। सो ये नहीं है कि पूरा ही ਸਾਹਿਤ ਜਿਹੜਾ ਲਿਖਿਆ ਜਾ ਰਿਹਾ ਹੈ ਉਹ ਬੱਚਿਆਂ ਦੀ ਪਸੰਦ ਦਾ ਨਹੀਂ ਹੈ, ਕਿਉਂਕਿ ਮੇਰੇ ਕੋਲ ਬੱਚੇ ਆਂਦੇ ਆ ਤੇ ਉਹ ਕੁਝ ਚੀਜ਼ਾਂ ਨੇ, ਕੁਝ ਨੋਵਲ, ਕੁਝ ਕਵਿਤਾਵਾਂ ਜਿਹੜੀਆਂ ਉਹਨਾਂ ਨੂੰ ਅੱਜ ਕੱਲ ਦੀਆਂ ਪਸੰਦ ਵੀ ਆਉਂਦੀਆਂ ਨੇ। ਮੇਰਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਇੰਗਲਿਸ਼ ਦੇ ਜਿੰਨੇ ਵੀ ਰਾਈਮਸ ਹੈਗੇ ਨੇ ਉਹ ਕਿੰਨੇ ਪਪੂਲਰ ਨੇ, ਔਰ ਜਨਰੇਸ਼ਨਸ ਟੂ ਜਨਰੇਸ਼ਨਸ ਚੱਲਦੇ ਆ ਰਹੇ ਨੇ। ਸਾਡੇ ਕੋਲ ਇਹੋ ਜਿਹਾ ਕੋਈ ਵੀ ਮਤਲਬ ਰਾਈਮਸ ਨਹੀਂ ਹੈਗੇ ਬੱਚਿਆਂ ਦੇ ਲਈ ਜਿਹੜੇ ਉਹਨਾਂ ਨੂੰ, ਹਾਂਜੀ, ਇਸ ਤਰ੍ਹਾਂ ਜਿਹੜੇ ਅੱਗੇ ਤੋਂ ਅੱਗੇ ਚੱਲ ਸਕਣ। ਹਾਂਜੀ, ਤੁਸੀਂ ਕੀ ਲਿਖਿਆ ਦੱਸੋ, ਸੁਣਾਓ। मैं जी, मेरिया छोटिया छोटिया 2 पॉकेट बुक्स ने पोइट्री दी बच्चों लिए। एक खुल के सोचो है या पंजाबी में? ये पंजाबी में है, पंजाबी में है। एक ये है नहीं क्या इनका नहीं है। ट्रांसलेशन तो हो सकता है ना? हाँ, हो सकता है, हो सकता है, बिल्कुल हो सकता है। वो आप हलीम थोड़ा सा इसको हिंदी में सुना देंगी। मैं अच्छा, आपको जरूर, हाँ, क्योंकि मैं ट्रांसलेशन करती हूँ इंग्लिश, जी अरे जी वाह, बंगाली, तो समझे ना? तो ट्रांसलेशन होता है जी, हाँ। कभी मिल जाए तो नथिंग लाइक इट। जी हाँ जी, बिल्कुल बिल्कुल बिल्कुल, हाँ। तो हाँ जी, बच्चों के लिए बच्चों में ही रह के कविता लिखी जाए तो उनकी पसंद का हमें पता होता है, जो वो बीच में शामिल हो जाता है ना? बिल्कुल बिल्कुल। तो बच्चों को सिर्फ खुल के सोचना पसंद है। उनको यही अच्छा लगता है। वो पेड़ को भी पेड़ की तरह नहीं देखते हैं। पहले देखते हैं पेड़ है, लेकिन वो हमारी तरीके से नहीं देखते हैं। वो अपने ही तरीके से उसकी पॉसिबिलिटी देखते हैं, उसको अलग तरीके से किसी चीज के साथ एज अ मेटाफर उसको कंपेयर करते हैं। मैं देखती हूँ कई बार। तो उन्हीं उसी बात से मेरे पास ये कविता आई, और कुछ इंस्पिरेशन अपने आसपास के और गानों और कविताओं से भी, और फिर पंजाबी में लिखा। तो थोड़ा सा गा के बताती हूँ, सुनिए। सो इधर नाम है खुल के सोचो, छोटी किताब है, एक कविता एक किताब। और देखो देखो की ओ चन्न है, देखो देखो की ओ चन्न है, के थाली कोई चांदी दी, ओ वेखो पत्ता खिरिया,
वेखो वेखो पता किरिया के तितली कोई आओ आओ खेतां नू चलिए आओ आओ खेतां नू चलिए पगडंडी कोई पई वेखो 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 की डरावना के बाबा कोई चात करी ओ वेखो पानी वगदा ओ वेखो पानी वगदा के गागर मुद्दी गया मार कोई आहा हैरान ना होवो खुल के सोचो हैरान ना होवो खुल के सोचो नवी गल यारो करो कोई रंग परो चलो बागी खेडो खुल के हंसो हा 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 वाह, वेखो वेखो की चन्न है कि थाली कोई चांदी दी क्या बात है, क्या बात है। तो इस Very तरह good, very good. बहुत ਕਿਉਂਕਿ ਸਾਡੀ ਜਿਹੜਾ ਬੱਚਾ ਹੈ ਉਹ ਕਹਿੰਦੇ ਕਿ ਚਾਈਲਡ ਇਜ਼ ਦਾ ਫਾਦਰ ਆਫ ਮੈਨ, ਹੈ ਨਾ, ਕਿ ਜਿਹੜਾ ਸਾਡੇ ਜਿਹੜੇ ਬੱਚੇ ਅਸੀਂ ਉਹਨਾਂ ਨੂੰ ਇਨਸਪਾਇਰ ਕਰਾਂਗੇ, ਉਹਨਾਂ ਨੂੰ ਅਸੀਂ ਇੱਕ ਰਾਸਤਾ ਦਿਖਾਵਾਂਗੇ ਤਾਂ ਸਾਡਾ ਜਿਹੜਾ ਨੇਸ਼ਨ ਹੈ, ਜਿਹੜੀ ਸਾਡੀ ਨੈਕਸਟ ਜਨਰੇਸ਼ਨ ਹੈ, ਅਸੀਂ ਉਹਨੂੰ ਸਵਾਰ ਸਕਦੇ ਹਾਂ। ਤੇ ਤੁਸੀਂ ਇਹਦੇ ਵਿੱਚ ਜਿੰਨਾ ਵੀ ਹਿੱਸਾ ਪਾ ਰਹੇ ਹੋ ਨਾ, ਹੈਟਸ ਆਫ ਟੂ ਯੂ, ਬਹੁਤ 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 ਚੰਗਾ ਲੱਗਾ, ਸ਼ੁਕਰੀਆ। ਬਹੁਤ ਅੱਛੀ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਹੋਰ ਤੁਸੀਂ ਆਪਣੇ ਬਾਰੇ, ਕਿਉਂਕਿ ਤੁਸੀਂ ਮੋਟੀਵੇਸ਼ਨਲ ਸਪੀਕਰ ਵੀ ਹੋ, ਤੇ ਤੁਸੀਂ ਕੋਈ ਸਾਡੇ ਨਾਲ ਕਿਉਂਕਿ ਅਸੀਂ ਮੈਂਟਲ ਹੈਲਥ ਤੇ MWC ਜਿਹੜੀ ਹੈ ਮੈਂਟਲ ਹੈਲਥ ਤੇ ਅਸੀਂ ਬਹੁਤ ਕੰਮ ਕੀਤਾ ਹੈ। ਜਿਉਂ ਹੀ ਕੋਵਿਡ ਹੋਇਆ ਸਾਡੇ ਮੈਂਟਲ ਹੈਲਥ ਦੀਆਂ ਸਾਨੂੰ ਟ੍ਰੇਨਿੰਗਸ ਦਿੱਤੀਆਂ ਗਈਆਂ, ਅਸੀਂ 10 ਅੰਬੈਸਡਰ ਸੀ। ਹੁਣ ਅਸੀਂ ਫਿਰ ਸਾਡੀ ਮੈਂਟਲ ਹੈਲਥ ਦੇ ਹਰ ਹਫਤੇ ਜਿਹੜੇ ਨੇ ਪ੍ਰੋਗਰਾਮ ਹੁੰਦੇ ਨੇ, ਤੇ ਸਾਨੂੰ ਇੰਨੀ ਅਵੇਅਰਨੈਸ ਕ੍ਰੀਏਟ ਕੀਤੀ ਹੈ। ਕੁਛ ਜਿਹੜੇ ਅੰਬੈਸਡਰ ਸੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਉਹਨਾਂ ਨੇ ਅੱਗੋਂ ਅਵੇਅਰਨੈਸ ਕ੍ਰੀਏਟ ਕੀਤੀ ਹੈ। ਤੇ ਤੁਸੀਂ ਵੀ ਮੋਟੀਵੇਸ਼ਨਲ ਸਪੀਕਰ ਹੋ, ਤੁਸੀਂ ਮੈਂਟਲ ਹੈਲਥ ਤੇ ਬੜਾ ਕੰਮ ਕੀਤਾ ਹੈਗਾ, ਜਿਹਦੇ ਵਿੱਚ ਤੁਸੀਂ ਯੋਗਾ ਨੂੰ ਵੀ ਲੈ ਸਕਦੇ ਹੋ, ਮੈਡੀਟੇਸ਼ਨ ਨੂੰ ਵੀ ਲੈ ਸਕਦੇ ਹੋ, ਜਿਹੜਾ ਕਿ ਤੁਹਾਡਾ ਹੁਣ ਜਨਰ ਬਣ ਗਿਆ ਹੈਗਾ। ਸੋ ਤੁਸੀਂ ਪਲੀਜ਼ ਸਾਡੇ ਨਾਲ ਕੋਈ ਸਾਨੂੰ ਦੱਸੋ ਕਿ ਅਸੀਂ ਮੈਂਟਲ ਹੈਲਥ ਲਈ ਕੀ ਕਰ ਸਕਦੇ ਹਾਂ, ਤੇ ਅਸੀਂ ਹੋਰ ਮਤਲਬ ਕਿਸ ਤਰ੍ਹਾਂ ਅਵੇਅਰ ਹੋ ਸਕਦੇ ਹਾਂ ਮੈਂਟਲ ਹੈਲਥ ਬਾਰੇ। बहुत सोहना सवाल है और बड़ी लोड़ है इस बात की। जो प्रेजेंस है वो हमेशा रहनी चाहिए आज के इस सारे माहौल में, कि हम अपने आप से जुड़े कैसे अपने आप का ख्याल रखें, कैसे हमारी जो मेंटल हेल्थ है वो सही रह सके, या हमारी संपूर्ण हेल्थ जो है वो कैसे ठीक रह सके। तो अगर ठीक नहीं है तो क्यों है? जैसे किसी ने सुबह पूछा कि कंप्लेंट्स क्यों होती हैं, बात हो रही किसी से, तो मैं यही इस बात का सही जवाब मानती हूँ कि जब हमारा आई एम राइट खत्म नहीं होता ना, ओनली आई एम राइट खत्म नहीं होता, तो फिर कंप्लेंट्स ही रह जाती हैं जिंदगी में। और फिर कंप्लेंट्स जो हैं वो अकेली नहीं रहती, वो अपने साथ बहुत कुछ लेके आती हैं। वो अपने साथ जजमेंटल होना, है ना, और अपने लिए कंपैरिजन क्रिएट हमेशा अपने माइंड में करना कि मैं किसी से अच्छा हूँ, किसी से बुरा हूँ। सो ये सारा कुछ धीरे 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 हमारा बैड लाइफस्टाइल, सिर्फ ये नहीं होता कि हम एक्सरसाइज ना करें तो वो बैड लाइफस्टाइल है, बुरा खाना खाएं तो वो बैड लाइफस्टाइल है। बैड लाइफस्टाइल ये भी है कि हम क्या सोचते हैं, और हमारा ये सारा कुछ कनेक्टेड है। जैसे योगा जो है उसका मतलब है हमारा, जैसे आप रूह से रूह तक कहती हैं, तो पहले तो हम रूह तक ही कैसे पहुंचे अपनी,
ना। तो अगर मैं योगा की बात करती हूँ, जैसे आपको पता है कि मैं योगा टीचर हूँ, तो उसमें मैं यही देखती हूँ हमेशा कि योगा हमें हमारे मन को, हमारे तन को, हमारी रूह को, तीनों को आपस में अच्छे रिश्ते में रखता है। और अगर हमारा मन, तन और रूह आपस में अच्छे रिश्ते में है, तो बाहर की दुनिया के साथ हमारा रिश्ता खुद ब खुद अच्छा होने लगता है। हमें क्लैरिटीज मिलती हैं। हमारी आधी जिंदगी दुनिया क्या करती है इसमें निकल जाती है देखने में। ये हम सोचते ही नहीं कि हम क्या करते हैं। यहाँ जो बैठे हैं बहुत सारे अवेयर लोग हैं, मैं जानती हूँ, लेकिन बहुत दुनिया ऐसी है जो सारी उम्र ऐसे ही निकल जाता है कि उसने ये किया, उसने ये किया, उसके पास ये है, इसके पास ये है, लेकिन अपना नहीं पता होता कि हम क्या कर रहे हैं, असलियत हम कहाँ पे स्टैंड करते हैं। तो इसी तरीके से अपनी वर्थ जानने के लिए हमें अपने शरीर का ध्यान रखना जो है एक सबसे पहली सीढ़ी बन जाती है अपने मन और अपने रूह को साधने की। सो योगा की जब हम स्ट्रेचेस करते हैं, जब हम यहाँ के मौसम के हिसाब से हमें स्मॉल जॉइंट्स की मूवमेंट्स, जिसको हम सूक्ष्म व्यायाम कहते हैं, वो बहुत जरूरी है। अगर आप पूरी तरीके से स्ट्रेचेस नहीं भी कर रहे हैं, तो अगर आप वो भी करते हैं जैसे बढ़ती उम्र में, तो आपको उससे और प्राणायाम से ही आपके शरीर की ताकत बनी रहती है। बिकॉज जोड़ जो है वो जुड़ते नहीं है, उसके अंदर जो ल्यूब्रिकेशन चाहिए वो बनी रहती है। तो वो छोटे जॉइंट्स की जो मूवमेंट्स हैं, हाथों की, पैरों की, आपके घुटनों की, आपकी गर्दन, आपके कंधों की, उंगलियों की, कूहनियों की, जब हम इन सबको करते हैं, तो हमारा जो है अंदर का जो भी रुका हुआ है, चाहे वो बुरे थॉट्स अंदर आके रुक गए हैं, चाहे वो हमारी कोई और पेन है जो फिजिकल रूप में हमारे सामने है, वो खुलने लगता है। उसका सारा रुका हुआ जो रास्ता है उसका दरवाजा बनने लगता है योगा से। और वो जो खून का बहाव जो है वो जब अपनी प्रॉपरली रेगुलेट हो जाता है, तो हमारी जो मेंटल हेल्थ है वो भी ऑटोमेटिक सधने लगती है, ठीक होने लगती है। तो हम जब योगा की बात करते हैं तो ये करने से ही रिजल्ट्स मिलते हैं। बातें बहुत सुनने को है, मैं भी बता जाऊंगी आपको, लेकिन अगर हम प्रैक्टिस करते हैं, डिसिप्लिन जो है ना, योगा का पहला असूल है कि जिस टाइम पे दिन के आप योगा करते हैं, उसी टाइम पे आप मैट बिछाना शुरू कीजिए रोज, है ना। तो आपको खुद ब खुद रिजल्ट्स मिलेंगे, लेकिन हाँ, गारंटेड रिजल्ट्स नहीं होते हैं, अपनी अपनी जर्नी के हिसाब से रिजल्ट्स होते हैं। अगर किसी का बिल्कुल ही जाम शरीर है तो भैया टाइम लगेगा ठीक होने में, उतना ही डिसिप्लिन ज्यादा चाहिए। किसी का वैसे ही हेल्दी है तो वो और अच्छा करना चाहता है अपने सिस्टम को। पहले लोग अपने सांसों को रोका करते थे लंबी आयु करने के लिए। हमारे गुरु ग्रंथ साहब में भी इड़ा, पिंगला और सुषमना का बहुत ज्यादा जिक्र हमें मिलता है। लेकिन अगर हम इन नाड़ियों की बात करें जिनको हम साधने की कोशिश या सांसों को लंबा करने की कोशिश करते हैं, तो वो लंबा करने से नहीं जुड़ना है, हमें तो सफाई करने से जुड़ना है। जब हम प्राणायाम करते हैं तो हम अपने सांस को इस तरीके से लेते हैं, छोड़ते हैं कि अंदर की रुकावटें हटती हैं। और बस रुकावट ही हटनी चाहिए, चलना चाहिए उस तरीके से जैसे चलना है। और अगर आप किसी अच्छे टीचर की प्रेजेंस में प्रैक्टिस करते हैं तो आपकी जिंदगी को देखकर आपके हिसाब से क्लास डिजाइन की जाती है, तो आपको फर्क पड़ता है। सो ये योगा करता है। प्लस खाने पीने का हम बड़ी बार बहुत बार सुनते हैं कि जो हम खाते हैं वही हम बन जाते हैं, वी बिकम व्हाट वी ईट। सो खाना जो है वो बहुत हिसाब से खाया जाए, उसके लिए भी आप सलाह ले सकते हैं अपने अच्छे न्यूट्रिशनिस्ट से। कोई बुरी बात नहीं है, बहुत पैसा हम इधर उधर खर्चते हैं, अगर अपनी लाइफस्टाइल को एक नई शुरुआत देनी है तो अच्छे से सलाह की जाए, अपने लाइफस्टाइल के हिसाब से खाने को सिर्फ 1 महीना किसी से पूछ के प्रैक्टिस की जाए, अपने आप लाइफ में उतर जाता है वो। तो वो उसको हम धीरे धीरे अपनाने लगते हैं और हमारा वेट लॉस तो बड़ी छोटी सी बात है, वो तो अपने आप हो जाता है। लेकिन जो बीमारियां, जैसे मैंने अपने लिए सियाटिका पेन मेरी थी बहुत ज्यादा योगा से पहले, तो वो उसको मैंने ठीक करा। सर्वाइकल एरिया में बहुत ज्यादा स्टिफनेस पेन, उसको ठीक किया। प्लस जिसको एंजाइटी बोलते हैं,
स्ट्रेस उसको दूर किया, और 18 किलो जो वेट है वो बोनस में ही चला गया अपनी हेल्थ का ध्यान रखते हुए। सो मैं तो सबको यही बोलती हूँ कि टिक के बैठें और स्वाद लें इस चीज का। सो अभी अगर हम थोड़ा सा कुछ इसका स्वाद लेना चाहते हैं तो मैं आपके साथ थोड़ा सा सिर्फ ब्रीदिंग पे बात करूंगी थोड़ी सी। तो ठीक है। उसमें हमने ब्रीदिंग एक हम बात करते हैं कि ये कौन है जो ब्रीदिंग सिखाएंगे हमको, अब इतनी उम्र हो गई है सांस लेके ही जीते हैं हम, है ना। तो सांस कौन सिखाएगा, लेकिन सांस आती तो सबको है। पता है जब मैंने इसको पहली बार देखा तो मैंने देखा मैं बार बार रोक के रखती थी सांस को काफी देर। और उसके बाद मैंने जब नोटिस करना शुरू किया कि बहुत देर रोकने के बाद फिर वो बड़ी मुश्किल से एक सांस निकलता है, तो वो आता था। और वो मेरे लिए बहुत अनहेल्दी मेरी बॉडी की कंडीशनिंग कर रहा था, अनहेल्दी। और वो मेरे लिए जरूरी नहीं था उस टाइम पे कि रोका जाए। मैं मानती हूँ कि रोकते हैं, रोकना भी जरूरी है, लेकिन मेरे लिए वो बैड इफेक्ट क्रिएट कर रहा था मेरी बॉडी में। जब पता लगा तो मैंने उसको चलाना शुरू करा और लाइफ भी वैसे ही फ्लेक्सिबल हुई, वैसे ही चलेंगी। तो अब सांस की बात करते हैं। तो हमने अभी क्या करना है, सब सीधे बैठेंगे, अपनी बैक को सीधा रखकर और आंखें बंद करेंगे और अपनी नॉस्ट्रिल्स से सांस भरेंगे, दोनों नॉस्ट्रिल्स से, और अपना ध्यान अपने आईब्रो सेंटर पे लेके जाएंगे, जैसे एक तिलक लगाया जाता है माथे पर, उस तरीके से। और सांस को छोड़ते हुए उसी तिलक में से होते हुए अपनी नॉस्ट्रिल्स से बाहर आते सांस को अपने अपर लिप एरिया पे टच, उसका हल्का सा वो महसूस करेंगे। और फिर से इसी तरह से सांस लेंगे और छोड़ेंगे 3-4 बार और। आंखों को बंद ही रखेंगे और अपना ध्यान अपने गर्दन के बीचों बीच ले जाएंगे और सांस को भरते हुए अपनी गर्दन से अपना ध्यान अपनी चिन पर, चिन से लिप्स पर, और नॉस्ट्रिल से होते हुए उसी तिलक पर से माथे तक जाएंगे और अपने ध्यान को सांस छोड़ते छोड़ते अपनी गर्दन के बीचों बीच ले आएंगे और इसी को रिपीट करेंगे। अब अपने ध्यान को अपनी चेस्ट के बिल्कुल सेंटर में लेके जाना और वहां से ऊपर को ध्यान लेके आते हुए गर्दन के बीच से होते हुए, चिन से होते हुए, नॉस्ट्रल से होते हुए माथे पे उसी तरह से तिलक के रूप में ध्यान, और छोड़ते हुए चेस्ट के बीचों बीच ध्यान, और रिपीट करेंगे। अपने ध्यान को यहाँ से अपनी नेवल पे लेके जाएंगे और नेवल से अपना ध्यान इसी प्रकार चेस्ट के सेंटर से होते हुए, गर्दन से होते हुए, नॉस्ट्रल से होते हुए माथे के बीचों बीच सेंटर तिलक, और फिर वापस वैसे ही अपनी नाभि तक, अपनी नेवल तक रिपीट करेंगे।
और अपने हाथों को अपनी चेस्ट के आगे लेके आएंगे, जोड़ेंगे प्रणाम मुद्रा में और लंबी सांस भरते हुए अपने दोनों हाथों को एक दूसरे के साथ रब करेंगे, अच्छे से मलेंगे और अपने हाथों के कप्स को अपने आंखों पे रखकर दबाकर हथेलियों को देखते आंखें खोलेंगे। सो ये सांसों को भरने का पता तो हमें है कि नॉस्ट्रल से भरते हैं। जब हम इस सफर पे चलते हैं तो अपने अंदर ध्यान लेके जाने की सबसे अच्छी विधि अपनी सांस पर बैठकर अपने शरीर के अंदर का चक्कर लगाना। सो इसको हम योगिक ब्रीदिंग कहते हैं। अभी इसको हम और लंबा लेके जाते, लेकिन हमारे पास टाइम इतना है तो इतना सा टेस्ट है इसका, ठीक है? तो आप महसूस कर पाते हैं अपना अपना एक्सपीरियंस। अगर कोई शेयर करना चाहे कि क्या महसूस हुआ तो एक कोई भी जन शेयर कर दे। मैं एक बात बोलना चाहती हूँ, जी गीता जी। ये अनापस्थिति है क्या? हाउ टू टेक इन ब्रीदिंग एंड हाउ टू, इसी का ध्यान करना, ये बुद्धिज्म में सिखाते हैं। ओके, विपस्सना, हाँ जी, अनापस्थिति, इसको ये कहते हैं। अनापस्थिति पे ध्यान रखो। आनापाना, इसको मेडिटेशन, आनापानासति, आनापानासति, क्योंकि मैं इसकी मुझे ट्रांसलेशन दी गई है, मैं वो पढ़ रही हूँ। हाँ तो जी। मैं बुद्धिस्ट रिलीजन में भी काफी पढ़ा है, क्योंकि मैं ट्रांसलेशन करती हूँ, दूसरे रिलीजन का भी सुनती हूँ। पर एक चीज है, एक चीज मैं बताऊं, जब तक ना आप मन साफ करोगे तब तक कुछ ही साफ नहीं होगा। मन में किसी के लिए विद्वेष न रखो, मन को अहंकार विमुक्त करो, अहंकार से परे करो, अपने को सोचो जो इतने सारे प्राणी में मैं एक हूँ, इतने सारे प्राणी, चाहे वो पेड़ हो चाहे वो चींटी, उनमें हम एक है। ये सफर हम चल रहे हैं, सभी के लिए प्यार का भावना रखो, आदर का भावना रखो और किसी के लिए विद्वेष न करो, कंपैरिजन नहीं करो। किसी के साथ किसी का कंपैरिजन होता नहीं। और ये यदि सद्भावना अंदर है तो सब कुछ अच्छा होगा, सब कुछ अच्छा होगा। खाना पीना जितना आप खा के जियो नहीं, खाना आपको ना खाए, आप खा के जियो, ये याद रखो। तो आई थिंक लाइफ इज ब्यूटीफुल। जितना दिन जीना है उतना दिन तो जीना ही है, उससे ज्यादा तो आप जी नहीं सकते हो। एक मोट में आपको ले जाएंगे, एक निमिष में ले जाएंगे। इसलिए आपको सोचना चाहिए कि हमें यहाँ खुश होके जीना है, किसी की कंप्लेन नहीं करो। तो मुझे ये क्या हुआ, मुझे, अरे यार तुम्हारा औकात क्या है? हम लोगों का औकात क्या है? सच पूछा जाए तो हमारी कोई औकात नहीं है। हम यहाँ पे आए हैं सदा बाहर दुनिया में, और बाहर ढूंढ रहे हैं और बाहर बांटेंगे। ये उद्देश्य लेके यदि आप जियो तो कोई किसी को, और सिर्फ चलना बहुत जरूरी है। बुजुर्ग को चलना बहुत जरूरी है। ये डायबिटीज भी खत्म करती है और बहुत टेंशन भी दूर करती है। टेंशन बहुत शुक्रिया गीता जी, बहुत थैंक यू, थैंक यू गीता जी, एंड थैंक यू हरलीन जी, बहुत अच्छा, थैंक यू सो मच। एक्चुअली माल्टन वुमेन काउंसिल सानू टाइम टू टाइम योगा करवाते रहते हैं, अपने मैंटल हेल्थ ते दसदे ही है। सानू ये हुण पता लग गया कि जिन्नियां भी बीमारियां ने वो साइकोसोमैटिक ने, साडी सोच दे नाल ही सानू बीमारियां लगदियां ने। सोच बदलिए ते साडियां मतलब तंदुरुस्त रह सकते हैं। और गीता जी आपने ठीक कहा कि खाने के लिए मत जियो, जीने के लिए खाओ। सो उतना ही खाओ जितना जीने के लिए खाना जरूरी है। मैं ये सबको आपको बताना चाहती हूँ कि हरलीन योगा टीचर है और जूम पे ये क्लासेस भी लेती हैं। अगर इनसे कभी किसी ने
बात करनी हो तो मैं मेरे से आप नंबर लेके इनसे बात भी कर सकते हैं। सो थैंक यू सो मच। योगा वाला ਸੈਗਮੈਂਟ ਤਾਂ ਤੁਹਾਡਾ ਖਤਮ ਹੋ ਗਿਆ, ਬੜਾ ਵਧੀਆ ਹੋ ਗਿਆ। ਤੇ ਹੁਣ ਤੁਹਾਡੇ ਗਾਣੇ ਵਾਲਾ ਰਹਿ ਗਿਆ, ਜਿਹੜਾ ਮੈਂ ਤੁਹਾਨੂੰ ਤੁਹਾਡੇ ਕੋਲੋਂ, ਤੁਸੀਂ ਬਹੁਤ ਅੱਛਾ ਗਾਉਂਦੇ ਹੋ, ਔਰ ਪਾਤਰ ਸਾਹਿਬ ਦੀ ਉਹ ਗਜ਼ਲ ਜਿਹੜੀ ਹੈ ਉਹ ਸਾਨੂੰ ਸੁਣਾ ਦਿਓ, ਫਿਰ ਅਸੀਂ ਸਾਰਿਆਂ ਨੂੰ ਟਾਈਮ ਦਿਆਂਗੇ, ਉਹਨਾਂ ਨੇ ਜੋ ਜੋ ਗੱਲ ਕਰਨੀ ਹੈ ਉਹ ਕਰ ਸਕਦੇ ਨੇ। ਹਾਂਜੀ हाँ जी जरूर, पातर जी। साहब वो सुना देती हूँ आपको। जी सो ਹਰਲੀਨ ਗੁਰਬਾਣੀ ਬਹੁਤ ਅੱਛੀ ਗਾਉਂਦੀ ਹੈ, ਲੇਕਿਨ ਹੁਣ ਇਸ ਵੇਲੇ ਇਹਦੇ ਕੋਲੋਂ ਗਜ਼ਲ ਹੀ ਸੁਣਾਂਗੇ। ਹਾਂਜੀ ਹਾਂਜੀ ठीक है जी जरूर। सो शब्द तो पावरफुल ही होते हैं, है ना। तो ਹਾਂਜੀ जब ਹਾਂਜੀ शेयर किए जाएं एक दूसरे से, तो ये जी, खाना भी बड़ा जरूरी है रूह के लिए। रूह के लिए। हाँ जी पंजाबी में है पातर साहब की एक गजल। सो मैं इसको जिंदगी का, पूरी जिंदगी का फलसफा मानती हूँ अगर इसको ध्यान से पढ़ा जाए, समझा जाए। मेरे अंदर भी चलती है एक गुफ्तगू, मेरे अंदर भी चलती है एक गुफ्तगू, जिथे लफ्ज़ां च टलदा है मेरा लहू, जिथे मेरी बहस है मेरे नाल ही, जिथे मेरी बहस है मेरे नाल ही, जिथे वारिस ते पुरखे खड़े रूबरू, मेरे अंदर आवाज़ां तहन बेपनाह, मेरे अंदर आवाज़ां तहन बेपनाह, मेरे मत्थे च पर अकल दा तानाशा, सबे आवाज़ां सुनू, सबे आवाज़ां सुनू, फिर चुनू कुछ बुनू, फिर बयान अपना मैं जारी करूं, परते उतरी ता मैं काम लोभ मोह सा, परते उतरी ता मैं काम लोभ मोह सा, होरी उतरी ता जल खाक अग पौण सा, इस तो पहला के लगदा पता कौन हा, इस तो पहला के लगदा पता कौन हा, हो गया होंदे अपनी तो ही सुरखरू, हो गया होंदे अपनी तो ही सुरखरू। आगे है, एक और सुनाती हूँ बिकॉज ये बहुत लंबी है, तो एक और सुनाती हूँ। खाक सी पुष्प सी नीर सी अग्नि सी, खाक सी पुष्प सी नीर सी अग्नि सी, बाज पहरावियां भी कदों नग्न सी, बाज पहरावियां भी कदों नग्न सी, ए तां बंदे ने पत्ते जदों पहन लए, बंदे ने पत्ते जदों पहन लए, हो गई नग्नता दी
कहानी शुरू वाह वाह जी वाह। वाह, हो वाह, गई नग्नता दी कहानी शुरू। वाह, क्या बात, बहुत बहुत ਵਧੀਆ ਬਹੁਤ ਵਧੀਆ। ਥੈਂਕ ਯੂ ਹਰਲੀਨ, ਥੈਂਕ ਯੂ ਜੀ। ਹਾਂਜੀ, ਮੇਰੇ ਸਾਹਮਣੇ ਸਭ ਤੋਂ ਪਹਿਲਾਂ ਰਿੰਟੂ ਜੀ ਦਿਖਾਈ ਦਿੰਦੇ ਨੇ। ਰਿੰਟੂ ਜੀ, ਇਫ ਯੂ ਵਾਂਟ ਟੂ ਸੇ ਸਮਥਿੰਗ ਮੈਂ ਪਲੀਜ਼। ਤੇ ਕੋਈ ਨਹੀਂ ਭੈਣ ਜੀ, ਸਾਡੇ ਨਾਲ ਗੁਰਮੀਤ ਨੇ, ਪਰਮਜੀਤ ਹੈ, ਆਪਾਂ ਉਹਨਾਂ ਨਾਲ ਪਹਿਲਾਂ ਗੱਲਬਾਤ ਕਰੀਏ ਤੇ ਉਸ ਹਾਂਜੀ, ਤੋਂ ਬਾਅਦ ਅਸੀਂ ਚਲੋ ਆਪਣੇ ਠੀਕ ਹੈ ਜੀ। ਹਾਂਜੀ, ਕਿਉਂਕਿ ਗੁਰਮੀਤ ਉਹ ਜਾਣਦੇ ਹਰਲੀਨ ਦੇ ਬਾਰੇ ਚ ਉਹ ਜਾਣਦੇ ਨੇ ਹਰਲੀਨ ਨਾਲ, ਤੇ ਗੱਲਬਾਤ ਕਰਨ ਨੂੰ ਉਹਨਾਂ ਦਾ ਦਿਲ ਕਰੇਗਾ। ਗੁਰਮੀਤ ਵੀ ਸਾਡੇ ਨਾਲ ਸੀਗੇ, ਹਾਂਜੀ ਮੇਰੇ ਖਿਆਲ ਹੈਗੇ ਸ਼ਾਇਦ ਨੇ ਹੁਣ ਕਿ ਮੈਨੂੰ ਤਾਂ ਕਿਉਂਕਿ ਫੋਨ ਤੇ ਆ ਤਾਂ ਮੈਨੂੰ ਨਹੀਂ, ਦਿਸਦਾ ਨਹੀਂ। ਗੁਰਮੀਤ ਦਾ ਹੈ ਤੇ ਸੀ, ਲੇਕਿਨ ਉਹ ਮੇਰੇ ਖਿਆਲ ਉਹ ਬੈਕ ਵੀ ਉਹ ਚਲੇ ਗਏ ਨੇ ਜੀ। ਅੱਛਾ, ਪਰਮਜੀਤ ਨੂੰ ਕਹਿੰਦੇ। ਹਾਂਜੀ ਜੀ ਪਰਮਜੀਤ, ਪਰਮਜੀਤ ਯੂ ਆਰ ਮਿਊਟਡ। ਜੀ ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਜੀ। ਹਰਲੀਨ ਸੋਨਾ ਨੂੰ ਜੀ ਕਰਦਾ ਸੀ ਵੀ ਸਾਰੇ ਸੁਣੇ ਜਾਈਏ, ਕਿਉਂਕਿ ਬਹੁਤ ਸੋਹਣੇ ਇਹਨਾਂ ਦੇ ਵਿਚਾਰ ਵੀ, ਗੱਲਾਂ ਵੀ। ਹਮੇਸ਼ਾ ਤਰ੍ਹਾਂ ਇਹਨਾਂ ਨੂੰ, ਕੁੜੀ ਨੂੰ ਸੁਣਦੇ ਰਹੀਦਾ ਆ ਫੇਸਬੁੱਕ ਜਰੀਏ, ਤੇ ਅੱਜ ਰੂਬਰੂ ਤੁਸੀਂ ਕਰਵਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਰਲੀਨ ਸੋਨਾ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਹਾਂ, ਬਹੁਤ ਹੀ ਪੋਜ਼ਿਟਿਵ એનર્ਜੀ ਵਾਲੀ ਹਰਲੀਨ ਆ। ਜੇ ਗੱਲ ਕਰੀਏ ਆਪਾਂ ਜੁਗਨੂ NGO ਤੋਂ ਲੈ ਕੇ YouTube ਚੈਨਲ 2 ਕੱਪ ਚਾਹ, ਸੁਰਜੀਤ ਭੈਣ ਜੀ ਹੋਰਾਂ ਨੂੰ ਵੀ ਇਹਨਾਂ ਨੇ 2 ਕੱਪ ਜਿਹੜਾ ਚਾਹ ਦੇ ਵਿੱਚ ਇਹਨਾਂ ਦਾ ਰੂਬਰੂ ਕੀਤਾ ਸੀ, ਗੱਲਬਾਤ ਕੀਤੀ। ਤੁਹਾਨੂੰ ਯਾਦ ਆ ਗਿਆ, ਮੈਨੂੰ ਭੁੱਲ ਗਿਆ ਸੀ। ਸੀਗੀ। ਹਾਂਜੀ ਹਾਂਜੀ ਐਡੀ ਛੇਤੀ ਹਰਲੀਨ ਨੂੰ ਨਹੀਂ ਭੁੱਲਦੇ। ਤੇ ਉਹਦੇ ਚੰਗੀ ਤਰ੍ਹਾਂ ਮੈਂ ਜਾਣੂ ਆ। 2 ਕੱਪ ਚਾਹ ਵੀ YouTube ਤੇ ਨਾ ਚੈਨਲ ਸ਼ੁਰੂ ਕੀਤਾ ਸੀਗਾ, ਤੇ ਸਿਆਣੀ ਕੁੜੀ ਆ, ਸਿਆਣੀਆਂ ਗੱਲਾਂ ਕਰਦੀ ਆ, ਸਿਆਣੀ ਕਵਿਤਾ ਲਿਖਦੀ ਆ, ਤੇ ਆਰਟੀਕਲ ਬਹੁਤ ਇਹਨਾਂ ਦੇ ਪੋਜ਼ਿਟਿਵ ਹੁੰਦੇ ਆ, ਤੇ ਉਹਨਾਂ ਲਈ ਕੰਮ ਕਰਦੀ ਆ ਹਰਲੀਨ, ਉਹਨਾਂ ਕੁੜੀਆਂ ਲਈ ਕੰਮ ਕਰਦੀ ਆ, ਉਹਨਾਂ ਮਨੁੱਖਾਂ ਲਈ ਕੰਮ ਕਰਦੀ ਆ ਜਿਨ੍ਹਾਂ ਦੇ ਹੌਕੇ ਘਰਾਂ ਦੇ ਦਰਵਾਜ਼ਿਆਂ ਅੰਦਰ ਬੰਦ ਆ, ਜਾਂ ਜਿਨ੍ਹਾਂ ਦੇ ਬਨੇਰਿਆਂ ਤੇ ਸੁਲਗ ਰਹੇ। ਉਹਨਾਂ ਦੀਆਂ, ਇਹਨਾਂ ਦੀਆਂ ਗੱਲਾਂ ਵਿੱਚ, ਇਹਨਾਂ ਦੀ ਲੇਖਣੀ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਚਾਨਣ ਮੁਨਾਰੇ ਦਾ ਕੰਮ ਕਰਦੀਆਂ। ਤੇ ਮੈਨੂੰ ਅੱਜ ਇਹ ਪੋਜ਼ਿਟਿਵ ਸੋਚ ਵਾਲੀ ਕੁੜੀ, ਪੋਜ਼ਿਟਿਵ એનર્ਜੀ ਵਾਲੀ ਹਰਲੀਨ ਸੋਨਾ ਨੂੰ ਸੁਣ ਕੇ ਬਹੁਤ ਚੰਗਾ ਲੱਗਿਆ। ਮੈਂ ਹਰਲੀਨ ਨੂੰ ਕੈਨੇਡਾ ਦੀ ਧਰਤੀ ਤੇ ਜੀ ਆਇਆਂ ਵੀ ਕਹਿੰਦੀ ਹਾਂ, ਤੇ ਨਾਲ ਹੀ ਅਸੀਸ ਵੀ ਦਿੰਦੀ ਆ ਕਿ ਇਵੇਂ ਹੀ ਹਰਲੀਨ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਬਾਤਾਂ ਪਾਉਂਦੀ ਰਹੇ, ਜ਼ਿੰਦਗੀਆਂ ਨੂੰ ਹੀਲ ਕਰਦੀ ਰਹੇ, ਯੋਗਾ ਰਾਹੀਂ ਸਿਹਤ ਜਾ ਵੀ ਕਰਦੀ ਰਹੇ। ਬਹੁਤ ਬਹੁਤ ਧੰਨਵਾਦ ਜੀ। ਵਾਹ, ਕੀ ਬਾਤ, ਬਹੁਤ ਖੂਬ, ਬਹੁਤ ਸ਼ੁਕਰੀਆ ਪਰਮਜੀਤ ਜੀ, ਬਹੁਤ ਜ਼ਿਆਦਾ ਤੁਹਾਡਾ ਧੰਨਵਾਦ। ਬਹੁਤ ਚੰਗਾ ਲੱਗਿਆ ਜੀ। ਅੱਜ ਗੁਰਮੀਤ ਹੈਗੇ ਨੇ ਹਾਲੇ, ਗੁਰਮੀਤ ਜੀ ਤੁਸੀਂ ਵੀ ਅਨਮਿਊਟ ਕਰਕੇ ਆ ਜਾਓ ਜੇ ਕੁਝ ਕਹਿਣਾ ਤੇ। ਜੀ ਜੀ ਸਾਡੇ ਨਾਲ ਬਰਿੰਦਰ ਜੀ ਹੈ, ਜ਼ੁਬਦਾ ਹੈ। ਜ਼ੁਬਦਾ, ਤੁਸੀਂ ਕੁਝ ਕਹੋਗੇ? हाँ जी, मैं ना जो पंजाबी शायरी सुनती हूँ तो मेरा दिल करता है कि पंजाबी शायरी ऑफिशियली शुरू कर दो। करते हाँ जी, ये उर्दू बहुत अच्छा, उर्दू की शायरी बहुत अच्छा करती है। तो बात यह कि इनकी जो इन्होंने पोइट्री जितनी सुनाई वो बहुत अच्छी थी। कुछ काफी मुझे समझ आई है, कुछ लफ्ज ऐसे होते हैं जो गुरमुखी में होते हैं जो मुझे समझ में नहीं आती जी। तो वो अब मैं उस्तादों से कह तो रही हूँ कि उस्ताद टाइम निकाल लें तो हमें तो दूसरी बात यह कि आपका योगा का जो है ना, योगा का ये मसला है, मेरे साथ एक इशू है थोड़ा सा, सांस का मसला मेरा, क्योंकि अब मैं लंबा सांस खींच ही नहीं सकती, कि वही रुक जाता है सांस मेरा। तो बैक होम में बहुत पहले योगा भी किया, एरोबिक्स भी किया, सब सारे पापड़ बेल के यहाँ पे आई हूँ। तो यहाँ पे आके फिर MWC ने कहा चल बेटा योगा फिर से कर। तो कोशिश करती हूँ। तो बहरहाल हरलीन, आपने सेशन बहुत अच्छा किया है, कंग्रेचुलेशन।
आपने बहुत अच्छी चीजें बताई हैं और पोइट्री मुझे बहुत पसंद आई है। बस अभी कुछ लफ्ज जो है जो नहीं समझ आते वो भी हम सीख ही लेंगे इंशाल्लाह। बिल्कुल थैंक यू वेरी इंशाल्लाह। मच। थैंक यू। चल बहुत थैंक यू, शुक्रिया आपका जी, थैंक बहुत यू जुबा शुक्रिया जुब्बा जी। जी। वरिंदर जी। Thank you, Harleen ji. It was so soothing to hear you. बड़ी मिठी आवाज और क्या सोच है। पोइट्री मैं लिखती तो नहीं है, कविता नहीं है, पर सुनना और पढ़ना बड़ा अच्छा लगता है। वो दिल नू टच कर दिया तुहाडियां गल्लां। And breathing was so nice. I could touch my navel actually. Yeah, Very good. thank you. So it was, you did it very nicely. Thank you so much. And ਵਾਹਿਗੁਰੂ ਤੁਹਾਨੂੰ ਬੜੀਆਂ ਖੁਸ਼ੀਆਂ ਦੇ। ਹਾਂਜੀ ਰਿੰਟੂ ਜੀ ਤੁਸੀਂ ਪ੍ਰੋਸੀਡ ਕਰਦੇ so ਰਹੋ, ਮੈਨੂੰ much, ਦਿਸਦਾ ਵਰਿੰਦਰ ਨਹੀਂ ਜੀ। ਕੌਣ ਕੌਣ ਹੈਗਾ जी ਕਿਉਂਕਿ मैं ਮੈਂ कोई कोई नहीं, ਹਾਂਜੀ, कोई ਹਾਂਜੀ। कोई ਵਰਿੰਦਰ नहीं। ਜੀ ਬਹੁਤ ਸ਼ੁਕਰੀਆ ਤੁਹਾਡਾ ਔਰ ਬੜਾ ਚੰਗਾ ਲੱਗਿਆ। Lots of Even your blessings. voice is so soothing. Yeah, ਹਾਂਜੀ ਗੁਰਮੀਤ ਜੀ ਆ ਗਏ ਨੇ, ਗੁਰਮੀਤ ਜੀ ਜੀ। ਮੈਨੂੰ ਦਿਸ ਰਹੇ। जी गुरमीत आ गई, गुरमीत आ गए जी। गुरमीत आज Unmute गुरमीत करो जी अपने आप को। म्यूटेड हो जी। ओके Yeah. बेटर। या ਹਾਂਜੀ हाँ जी, मेरा नाम गुरमीत पनाग है जी। मैं पहली बार माल्टन वुमेन काउंसिल दी मीटिंग एक्टिवली अटेंड कर रही हूँ। पिछली बार मैं तुरदे फिरदे कीती सी। सो अच्छा लग ਰਿਹਾ ਹੈ ਹਰਲੀਨ ਸੋਨਾ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਸੁਣ ਕੇ, ਉਹਨਾਂ ਦਾ ਸੰਵਾਦ ਸੁਣ ਕੇ। ਔਰ ਹਰਲੀਨ ਦੇ ਨਾਲ ਮੈਂ ਕਿੰਨੇ ਲੈਵਲ ਤੇ ਰਿਲੇਟ ਕਰ ਸਕਦੀ ਹਾਂ। ਫਿਟਨੈਸ ਲੈਵਲ ਤੇ ਮੈਂ ਉਹਦੇ ਨਾਲ ਰਿਲੇਟ ਕਰਦੀ ਹਾਂ, ਯੋਗਾ ਲੈਵਲ ਤੇ ਉਹਦੇ ਨਾਲ ਮੈਂ ਰਿਲੇਟ ਕਰਦੀ ਹਾਂ, ਔਰ ਇੱਕ ਲੇਖਕ ਦੇ ਲੈਵਲ ਤੇ ਉਹਦੇ ਨਾਲ ਮੈਂ ਕਰਦੀ ਹਾਂ, ਰਿਲੇਟ ਕਰਦੀ ਹਾਂ। ਔਰ ਦੂਜਾ ਜਿਹੜਾ ਬੱਚਿਆਂ, ਸਭ ਤੋਂ ਵੱਡਾ ਜਿਹੜਾ ਮੇਰੇ ਵਾਸਤੇ ਮੈਂ ਇਹਨੇ ਰੱਖਦੀ ਹੈ ਚੀਜ਼, ਉਹ ਹੈ ਉਹਦਾ ਬੱਚਿਆਂ ਦੇ ਨਾਲ ਕੰਮ ਕਰਨਾ ਔਰ ਮੋਟੀਵੇਟ ਕਰਨਾ ਟੂ ਮੇਕ देयर ਲਾਈਫ ਬੈਟਰ। ਉੱਥੇ ਮੈਂ ਉਹਦੇ ਨਾਲ 100% ਰਿਲੇਟ ਕਰਦੀ ਹਾਂ। ਆਈ ਨੋ ਯੂ ਨੋ what kind of happiness you get out of it when you do that for kids. ਤੇ ਉਹ ਹੈ ਜਿਹੜੇ ਮਾਰਜਨਲਾਈਜ਼ਡ ਬੱਚੇ ਨੇ, ਜਿਨ੍ਹਾਂ ਬਾਰੇ ਹੋਰ ਕਿਸੇ ਨੇ ਸੋਚਣਾ ਨਹੀਂ ਹੈਗਾ, ਤੇ ਉਹਨਾਂ ਨੂੰ ਇੱਕ ਹਾਸ਼ੀਏ ਤੇ ਧੱਕਿਆ ਹੋਇਆ ਸੋਸਾਇਟੀ ਨੇ, ਸਮਾਜ ਨੇ, ਉਹਨਾਂ ਬਾਰੇ ਸੋਚਣਾ ਮੈਂ ਕਹਿੰਦੀ ਹਾਂ ਇੱਕ ਮਹਾ ਕਾਰਜ ਹੈ। ਸੋ ਕੁਡੋਸ ਟੂ ਯੂ ਹਰਲੀਨ ਫॉर ਡੂਇੰਗ दैट। ਐਂਡ ਔਰ ਹਰਲੀਨ ਦੇ ਨਾਲ 3 ਰਾਤਾਂ 2 ਦਿਨ 3 ਦਿਨ ਇਕੱਠੇ ਰਹੇ ਆ ਅਸੀਂ, ਘੁੰਮ ਕੇ ਆਏ ਆ, ਬਲੂ ਮਾਊਂਟੇਨ ਘੁੰਮ ਕੇ ਆਏ ਆ, ਔਰ ਇਹਨੂੰ ਹੋਰ ਵੀ ਨੇੜੇ ਤੋਂ ਦੇਖਿਆ। ਹਰਲੀਨ ਬਹੁਤ ਹੀ, ਇੱਕ ਪਹਿਲੀ ਗੱਲ ਤਾਂ ਦੋਸਤਾਂ ਦੀ ਦੋਸਤ ਹੈ। ਤੁਸੀਂ ਇਹਦੇ ਨਾਲ ਕੋਈ ਵੀ ਗੱਲ ਬੜੇ ਆਰਾਮ ਨਾਲ ਕਰ ਸਕਦੇ ਹੋ, ਕਿਉਂਕਿ ਮੈਂ ਤਾਂ ਛੋਟੀ ਸੀ, 1-2 ਵਾਰ ਹੋ ਸਕਦਾ ਹੈ ਕਿ ਮੈਂ ਇਹਦੇ ਨਾਲ ਔਖੀ ਭਾਰੀ ਵੀ ਹੋਈ ਹੋਵਾਂ, ਪਰ ਉਹਨੇ ਆਪਣਾ ਯੋਗਾ ਵਾਲਾ ਸਟੈਂਸ ਬਣਾਈ ਰੱਖਿਆ, ਉਹਨੇ ਕੋਈ ਰਿਐਕਟ ਨਹੀਂ ਕੀਤਾ। ਸੋ ਉਹਦੇ ਕਰਕੇ ਉਹ ਮੇਰੇ ਹੋਰ ਵੀ ਕਲੋਜ਼ ਹੋ ਗਿਆ। ਸੋ ਹੋਪਫੁਲੀ ਆਈ'll see her tomorrow. She'll be at my house. Keep up the good work, Harleen, and thank you very much, all my friends, for giving me a chance to be Thank you here. so much. Thank you. Thank you. Thank you so much. जी मीता जी, जी मीता जी, are you there? मीता जी? ਹੈਗੇ ਨੇ ਮੀਤਾ ਜੀ? हाँ मीता जी है। इधर उधर हो जाते ना कई बारी। रविंदर जी? आवाज नहीं रविंदर जी हैं। जी 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 कुछ कहोगे? ਹਰਲੀਨ ਜੀ ਬਾਰੇ ਵੀ ਕਹਿ ਤਾਂ ਸਭ ਨੇ ਬਹੁਤ ਵਧੀਆ ਹੈ, ਇੰਨੇ ਵਧੀਆ ਕੰਮ ਕਰ ਰਹੀ ਹੈ। ਯੋਗਾ ਦਾ ਇਹਦਾ ਬਹੁਤ ਅੱਛਾ ਲੱਗਿਆ ਉਸ ਦਿਨ ਦੇਖਿਆ ਕਿ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਪੋਇਟਰੀ ਬਹੁਤ ਸੋਹਣੀ ਬੋਲਦੀ, ਬੜੀ ਜੀ। ਪਿਆਰੀ ਕੁੜੀ ਮਿਲੀ ਨਹੀਂ ਉਹ ਤਾਂ ਵੀ ਦੂਰੋਂ ਦੂਰੋਂ ਦੇਖ ਕੇ ਚਲੇ ਗਈ ਸੀ ਸਾਰੇ ਨੂੰ ਮਿਲਣ ਦੀ ਸੱਤਰ ਬਾਕੀ ਹੈ ਤੇ ਬਸ ਕਹਿ ਦੇ ਜਿੰਨਾ ਕਹਿ ਦੇ ਥੋੜਾ। थैंक यू सो मच रविंदर जी। ਦੀਦੀ ਨੇ ਰੇਖਾ ਟਿਕਟ ਆਪਣੇ ਦੱਸ ਹੀ ਦਿੱਤਾ ਸਾਰਾ ਇਹਨਾਂ ਬਾਰੇ। Thank you ਜੀ, thank you. I'm glad ਕਿ ਚੰਗਾ ਲੱਗਾ ਤੁਹਾਨੂੰ। ਥੈਂਕ ਯੂ ਬਹੁਤ। गुलनाज आर यू देयर? ओके सो ਹੁਣ ਮੈਂ ਥੋੜਾ ਜਿਹਾ ਬੋਲ ਲੈਣੀ ਆ ਜੇ ਹੁਣ ਕੋਈ ਨਹੀਂ ਬੋਲਦਾ ਤੇ ਰਿੰਟੂ 1 ਮਿੰਟ ਦੇ ਦਿਓਗੇ ਮੈਨੂੰ ਤੁਸੀਂ? ਜੀ ਜੀ ਜ਼ਰੂਰ ਜ਼ਰੂਰ।
ਮੈਂ ਜਿਹੜੀ ਗੱਲ ਭੁੱਲ ਗਈ ਕਿਉਂਕਿ ਮੈਂ ਕੰਪਿਊਟਰ ਦੇ ਆਈ ਸੀ ਨਾ ਹਰਲੀਨ ਨੂੰ, ਤੇ ਮੇਰੇ ਨੋਟਸ ਸਾਰੇ ਉਹਦੇ ਵਿੱਚ ਪਏ ਸੀ। ਕੋਈ ਗੱਲ ਨਹੀਂ। ਤੇ ਉਹ ਮੈਂ ਭੁੱਲ ਗਈ ਸੀ, ਜਿਹੜੀ ਪਰਮਜੀਤ ਨੇ ਯਾਦ ਕਰਵਾ ਦਿੱਤਾ, ਇਹਦਾ YouTube ਚੈਨਲ ਜਿਹੜਾ ਸੀ 2 ਕੱਪ ਚਾਹ। ਮੈਂ ਹਰਲੀਨ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਕਿਹੜੇ ਐਕਸਪੀਰੀਅੰਸ ਸੀ। ਬਹੁਤ ਹੀ ਤੁਸੀਂ ਸ਼ਾਰਟ ਜਿਹੜਾ ਨਾ ਉਹ ਦੱਸਣਾ ਕਿ ਤੁਹਾਨੂੰ ਮਤਲਬ ਉਹਦੇ ਵਿੱਚੋਂ ਕਿਹੜੇ ਐਕਸਪੀਰੀਅੰਸਿਸ ਤੁਸੀਂ ਗ੍ਰਹਿਣ ਕੀਤੇ। ਪਹਿਲਾਂ ਮੀਤਾ ਜੀ ਆ ਗਏ, ਪਹਿਲਾਂ ਮੀਤਾ ਜੀ ਨਾਲ ਗੱਲ ਕਰ ਲੈਂਦੇ ਹਾਂ। ਹਾਂਜੀ ਮੀਤਾ ਜੀ, ਅਸੀਂ ਬੜੀਆਂ ਆਵਾਜ਼ਾਂ ਦਿੱਤੀਆਂ ਤੁਹਾਨੂੰ। ਰੋਟੀ ਖਾਣ ਚਲੇ ਗਏ? ਨਹੀਂ, ਮੈਂ ਕਿਧਰੇ ਨਹੀਂ ਗਈ, ਮੈਂ ਬਿਲਕੁਲ ਇੱਥੇ ਤੁਹਾਡੀਆਂ ਵੀ ਗੱਲਾਂ ਸੁਣ ਰਹੀ ਸੀ। ਕਿਸੇ ਦਾ ਫੋਨ ਆ ਗਿਆ ਸੀ ਬੜਾ ਇੱਕਦਮ, I had to attend that. ठीक है, अच्छा लग्या हरलीन, I have been following her, और 2 कप चाह मैं भी नहीं भुल्ली सी ਤੁਹਾਡੀ ਇੰਟਰਵਿਊ, ਔਰ ਤੁਹਾਡੀ ਉਸ ਇੰਟਰਵਿਊ ਦੇ ਰਾਹੀਂ ਮੈਨੂੰ ਹਰਲੀਨ ਦਾ ਸਾਨੂੰ ਐਟਲੀਸਟ ਮੈਨੂੰ ਦੇ ਬਾਰੇ ਪਤਾ ਲੱਗਿਆ ਸੀ। ਓਕੇ ਹਾਂਜੀ, ਵੈਰੀ ਗੁੱਡ ਟੂ ਨੋ ਯੂ। ਔਰ ਪਤਾ ਹੀ ਹੈ ਵੈਸੇ ਤਾਂ ਸਾਨੂੰ ਕਿ ਬਹੁਤ ਜ਼ਬਰਦਸਤ ਪੋਇਟਰੀ ਇਹਨਾਂ ਦੀ, ਔਰ ਸੋਚ ਵੀ ਬੜੀ ਜ਼ਬਰਦਸਤ ਹੈ। ਔਰ ਹਾਈਕੂ ਜਿਹੜੀ ਚੀਜ਼ ਹੈ ਨਾ, ਇਹ ਸੁਣਨ ਨੂੰ ਪੜ੍ਹਨ ਨੂੰ ਬੜੀ ਆਸਾਨ ਲੱਗਦੀ ਹੈ। ਇਮੇਜਰੀ, ਜਦੋਂ ਅਸੀਂ ਇਮੇਜਰੀ ਦੀ ਗੱਲ ਕਰਦੇ ਹਾਂ ਔਰ ਉਹਨੂੰ ਪੋਇਟਰੀ ਦੇ, ਔਰ ਇਹਨੇ ਥੋੜੇ ਲਫ਼ਜ਼ਾਂ ਵਿੱਚ ਉਤਾਰਨਾ, ਐਕਸਪਲੇਨ ਕਰਕੇ ਤੇ ਹਰ ਕੋਈ ਕਹਾਣੀਆਂ ਕਹਿ ਦਿੰਦਾ ਹੈ। ਹਾਈਕੂ ਕਿਉਂਕਿ ਜੈਪਨੀਜ਼ ਜੋ ਉਹਨਾਂ ਦੀ ਬੌਨਸਾਈ ਹੈ ਨਾ, ਮੈਂ ਹਮੇਸ਼ਾ ਉਹਨੂੰ ਬੌਨਸਾਈ ਦੇ ਨਾਲ ਕੰਪੇਅਰ ਕਰਦੀ ਰਹਿੰਦੀ ਹਾਂ, ਬਿਕਾਜ਼ ਉਹ ਮਿਨੀਏਚਰ ਪਲਾਂਟਸ ਵੀ ਬਣਾਉਂਦੇ ਨੇ, ਤੇ ਉਹਨਾਂ ਨੇ ਪੋਇਟਰੀ ਨੂੰ ਵੀ ਕਰਤਾ, ਬਿਲਕੁਲ ਮਿਨੀਏਚਰ ਕਰਤਾ। ਛੋਟੀਆਂ ਤੋਂ ਛੋਟੀਆਂ ਚਿਪਸ ਵੀ ਬਣਾਉਂਦੇ ਨੇ ਜੈਪਨੀਜ਼ ਲੋਕ, ਤੇ ਉਹਨਾਂ ਨੇ ਪੋਇਟਰੀ ਚ ਉਹਨੂੰ ਵਾੜਤਾ ਹੈ। ਤਾਂ ਆਈ ਆਲਵੇਸ ਕੀਪ ਸੇਇੰਗ ਦੈਟ ਕਿ ਉਹਨਾਂ ਨੇ ਜਾਣ ਕੇ ਡਿਫਿਕਲਟ ਕੀਤਾ, ਬਟ ਉਹ ਪੰਜਾਬ ਵਿੱਚ ਬਹੁਤ ਪਪੂਲਰ ਹੈ। ਹਰਲੀਨ, ਯੂ ਆਰ ਸੋ ਆਸਮ, that is really good to know you, और बहुत अच्छा लगा, ਤੁਹਾਡੀ ਪਰਸਨੈਲਿਟੀ ਬਹੁਤ ਅੱਛੀ ਹੈ। ਐਂਡ ਇਸੇ ਤਰ੍ਹਾਂ ਹੀ ਆਪਣੀ ਜੋ ਖੁਸ਼ਬੂ ਹੈ ਫੈਲਾਉਂਦੇ ਰਹੋ, ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਉਹਦੀ ਮਹਿਕ ਦੇ ਵਿੱਚ ਸਰੋਬਾਰ ਰਹਿਣ, ਅਸੀਂ ਇਹ ਦੁਆ ਕਰਦੇ ਹਾਂ। always with you. Thank you so much. Thank you for taking your time out to be here. Thank you so much. We are all one, right? We are all one. We are all part of one. Thank you so much, Meeta ji. Gulnaz ਆਈ ਸੀ? ਹਾਂਜੀ ਹਾਂ, ਚਲੋ ਅੱਗੇ ਵਧਦੇ, ਟਾਈਮ ਹੁੰਦਾ ਜਾਂਦਾ ਹੈ ਨਾ ਕਾਫੀ। ਬਿਲਕੁਲ। ਮੈਂ ਤੇ ਸਿਰਫ ਇੰਨਾ ਹੀ ਕਹਾਂਗੀ ਕਿ ਮੈਂ ਤੇ ਹਰਲੀਨ ਬਾਰੇ ਸੁਣਿਆ ਸੀ, ਮੈਂ ਭੈਣ ਜੀ ਕੋਲੋਂ, ਕਿ ਸੁਜੀਤ ਜੀ ਕੋਲੋਂ, ਕਿ ਹਰਲੀਨ ਸੋਨਾ, ਤੇ ਮੈਂ ਜਦੋਂ ਹੁਣ ਮਿਲੀ ਆ, ਮੈਂ ਪਹਿਲੀ ਵਾਰੀ ਮਿਲੀ ਆ ਹਰਲੀਨ ਨੂੰ, ਤੇ ਮੈਨੂੰ ਵਾਕਈ ਲੱਗਿਆ ਕਿ 24 ਕੈਰਟ ਸੋਨਾ ਜਿਹੜਾ ਹੁੰਦਾ ਨਾ, ਉਹ ਵਾਕਈ ਕਹਿੰਦੇ ਆ ਨਾ 24 ਕੈਰਟ ਸੋਨੇ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ, ਤੇ ਹਰਲੀਨ ਉਹੀ 24 ਕੈਰਟ ਗੋਲਡ ਦੇ ਵਾਂਗੂ ਹੀ ਹੈ, ਕਿ ਹਰ ਚੀਜ਼ ਦੇ ਵਿੱਚ ਜਦੋਂ, ਕਿਉਂਕਿ ਉਹਦੇ ਨਾਲ ਜਿਹੜਾ ਥੋੜਾ ਜਿਹਾ ਟਾਈਮ ਸਪੈਂਡ ਕੀਤਾ ਨਾ, ਉਹਦੇ ਤੋਂ ਪਤਾ ਲੱਗਾ ਕਿ ਕਿੱਦਾਂ ਲਾਈਫ ਨੂੰ ਤੁਸੀਂ ਕਿੱਦਾਂ ਮਤਲਬ ਜੀ ਸਕਦੇ ਹੋ, ਹੈ ਨਾ। ਇਹ ਨਹੀਂ ਹੁੰਦਾ ਕਿ ਹਰ ਬੰਦੇ ਕੋਲ ਸਟ੍ਰੈਸ ਹੁੰਦਾ, ਹਰ ਬੰਦੇ ਕੋਲ ਐਂਗਜ਼ਾਈਟੀਜ਼ ਹੁੰਦੀਆਂ, ਹਰ ਬੰਦੇ ਦੀਆਂ ਡੇ ਟੂ ਡੇ ਕੋਈ ਨਾ ਕੋਈ ਪ੍ਰੋਬਲਮਸ ਚੱਲਦੀਆਂ ਰਹਿੰਦੀਆਂ, ਲੇਕਿਨ ਤੁਸੀਂ ਉਹਨੂੰ ਕਿੱਦਾਂ ਆਪਣੀ ਸਾਈਡ ਤੇ ਰੱਖ ਕੇ ਤੇ ਤੁਸੀਂ ਆਪਣੀ ਲਾਈਫ ਨੂੰ ਜਿਹੜਾ ਆ ਉਹ ਈਜ਼ੀ ਵੇ ਦੇ ਵਿੱਚ ਤੁਸੀਂ ਈਜ਼ੀ ਗੋਇੰਗ ਕਰ ਸਕਦੇ ਹੋ। ਤੇ ਹਰਲੀਨ ਉਸ ਦੇ ਵਿੱਚ ਮਾਹਰ ਹੈ, ਤੇ ਹਰਲੀਨ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਨਾਲ, ਬਹੁਤ ਵਧੀਆ ਸੈਸ਼ਨ ਰਿਹਾ ਹਰਲੀਨ ਦਾ। ਥੈਂਕ ਯੂ ਸੋ ਮਚ ਹਰਲੀਨ, ਰੂ ਸੇ ਰੂ ਤੱਕ ਆਉਣ ਲਈ। ਤੇ ਇਹ ਸੋਲ ਕਨੈਕਸ਼ਨਸ ਜਿਹੜੇ ਆ ਹੁਣ ਇਹ ਅਸੀਂ ਬੰਦ ਨਹੀਂ ਕਰਨੇ, ਕਿਉਂਕਿ ਤੁਸੀਂ ਹੁਣ ਹਾਲੇ ਤੁਸੀਂ ਇੱਥੇ ਹੀ ਹੋ ਸਾਡੇ ਕੋਲ, ਤੇ ਐਵਰੀ 3rd ਫਰਾਈਡੇ ਸਾਡੇ ਰੂ ਸੇ ਰੂ ਤੱਕ ਸੋਲ ਕਨੈਕਸ਼ਨਸ ਹੁੰਦੇ ਆ, ਤੇ ਤੁਸੀਂ ਪਲੀਜ਼ ਸਾਡੇ ਨਾਲ ਜ਼ਰੂਰ ਜੁਆਇਨ ਕਰੋਗੇ। ਜ਼ਰੂਰ ਜੁੜਨਾ ਚਾਹਾਂਗੇ। ਅਸੀਂ ਤੁਹਾਨੂੰ ਲਿੰਕ ਭੇਜਣਾ, ਜੇ ਤੁਸੀਂ ਨਾ ਜੁੜੇ ਤੇ ਅਸੀਂ ਕਹਿਣਾ ਜੀ ਹਰਲੀਨ ਸਾਨੂੰ ਡਿਚ ਕਰ ਗਈ। ਪਲੀਜ਼ ਤੁਸੀਂ ਜਿਹੜਾ ਸਾਡੇ ਨਾਲ ਜ਼ਰੂਰ ਜੁੜੇ ਰਹੇ ਹੋ। ਤੇ ਪਰ ਸਾਨੂੰ ਬਹੁਤ ਚੰਗਾ ਲੱਗਾ ਹਰਲੀਨ, ਥੈਂਕ ਯੂ ਸੋ ਮਚ। 24 ਕੈਰਟਸ ਹਰਲੀਨ ਸੋਨਾ। ਯੈਸ ਥੈਂਕ ਯੂ ਸੋ ਮਚ ਇੰਨੇ ਅੱਛੇ ਅਫਰਮੇਸ਼ਨ ਸ਼ਾਵਰ ਲਈ। ਮੈਂ ਚੰਗੀ ਹਾਂ ਕਿ ਨਹੀਂ ਪਤਾ ਨਹੀਂ, ਤੁਹਾਨੂੰ ਲੱਗ ਰਿਹਾ ਤੁਹਾਡੀ ਨਜ਼ਰਾਂ ਬੜੀਆਂ ਸੋਹਣੀਆਂ ਨੇ, ਜੋ ਤੁਸੀਂ ਏਦਾਂ ਕੁਝ ਦੇਖ ਪਾ ਰਹੇ ਹੋ, ਮਹਿਸੂਸ ਕਰ ਪਾਏ ਹੋ। ਤੁਹਾਡੀ ਇਹ ਰੂਹ ਤੱਕ ਜਿਹੜੀ ਅਪਰੋਚ ਹੈ ਨਾ ਮੇਰੀ, ਉਹ ਤੁਹਾਡੀ ਬੜੀ ਵਧੀਆ ਹੈ। ਸਾਰਿਆਂ ਦੀ ਬੜਾ ਸ਼ੁਕਰੀਆ ਤੁਹਾਡਾ ਸਭ ਦਾ। ਜੇ ਮੈਂ ਨਹੀਂ ਵੀ ਆ
ਜੇ ਮੈਂ ਨਹੀਂ ਵੀ ਆ ਇਦਾਂ ਦੀ ਤੇ ਹੋ ਜਾਵਾਂਗੀ, ਮੈਨੂੰ ਪਤਾ ਹੈ, ਬਿਕੋਜ਼ ਤੁਸੀਂ ਕਹਿਤਾ ਤੇ ਕਿਉਂਕਿ ਮੈਨੂੰ ਹੋ ਗਈ। ਸਾਡਾ ਇਹ ਸਾਰਿਆਂ ਦਾ ਔਰਾ ਜਿਹੜਾ ਹੈ ਨਾ, ਉਹ ਇੱਕ ਬੜਾ ਵਧੀਆ ਸਾਡੇ ਵਾਸਤੇ ਔਰਾ ਹੈ। ਇਸ ਵੇਲੇ ਤੁਹਾਡਾ ਜਿਹੜਾ ਪੋਜ਼ਿਟਿਵ એનર્ਜੀ ਤੁਸੀਂ ਸਾਰਿਆਂ ਨੂੰ ਦਿੰਦੇ ਹੋ ਨਾ, ਕਿਉਂਕਿ ਪੋਜ਼ਿਟਿਵਿਟੀ ਦੇਣੀ ਜਿਹੜੀ ਹੈ ਨਾ, ਸਭ ਤੋਂ ਵੱਡੀ ਜਿਹੜੀ ਹੈ ਉਹ ਇਸ ਵੇਲੇ ਦੀ ਨੀਡ ਹੈ ਨਾ। ਰਿੰਟੂ ਜੀ, ਮੇਰਾ ਮੰਨਣਾ ਹੈ ਕਿ ਇੱਕ ਕਿਸੇ ਵੇਲੇ ਕਿਸੇ ਨੇ ਸਮਝਾ ਦਿੱਤਾ ਸੀ, ਕਿਸੇ ਕੋਚ ਨੇ, ਕਿ ਵੇਅਰ ਦ ਫੋਕਸ ਗੋਜ਼ એનર્ਜੀ ਫਲੋਜ਼, ਰਿਜ਼ਲਟਸ ਫੋਲੋ। ਬਿਲਕੁਲ ਬਿਲਕੁਲ, ਹੈ ਨਾ। ਤੇ ਜੇ ਸਾਨੂੰ ਜ਼ਿੰਦਗੀ ਦੇ ਵਿੱਚ ਰਿਜ਼ਲਟਸ ਚਾਹੀਦੇ ਹੈ ਤੇ ਸਾਨੂੰ ਪ੍ਰੈਕਟੀਕੈਲਿਟੀ ਦਾ ਜਿਹੜਾ ਨਾ ਸਫ਼ਰ ਉਹ ਕਰਨਾ ਪੈਂਦਾ। ਉਹਦੇ ਵਿੱਚ ਅਸੀਂ ਸਿਰਫ ਚੁੱਪ ਵੀ ਨਹੀਂ ਕਰ ਸਕਦੇ ਤੇ ਸਿਰਫ ਬੋਲ ਵੀ ਨਹੀਂ ਸਕਦੇ। ਬਿਲਕੁਲ, right, we have to create a balance and that is the most important thing। ਔਰ ਅਸੀਂ ਜਿੰਨੇ ਜਿਵੇਂ ਤੁਸੀਂ ਕਿਹਾ ਸਟ੍ਰੈਸ ਸਭ ਕੋਲ ਹੁੰਦੀ ਹੈ ਨਾ। ਮੈਂ ਵੀ ਸਿੰਗਲ ਪੈਰੈਂਟ ਆ, ਮੇਰੀਆਂ 2 ਬੇਟੀਆਂ ਨੇ। ਸੋ ਸਟ੍ਰੈਸ ਜਿਹੜੀ ਆ ਉਹ ਮੀ ਟਾਈਮ ਜੇ ਵੱਧਦਾ ਤੇ ਸਟ੍ਰੈਸ ਵੀ ਜ਼ਿਆਦਾ ਇਕੱਲੇ ਬੰਦੇ ਬਹੁਤ ਵੱਧਦਾ, ਬਹੁਤ ਜ਼ਿਆਦਾ। ਅਸੀਂ ਉਸ ਚੀਜ਼ ਨੂੰ ਹੈਂਡਲ ਕਿਵੇਂ ਕਰਨਾ ਆਪਾਂ ਸਾਰੇ ਸਿੱਖਦੇ ਹਾਂ। ਸੋ ਮੇਰੇ ਹਿੱਸੇ ਯੋਗਾ, ਸਾਊਂਡ ਹੀਲਿੰਗ ਦੋਨੋਂ ਆਏ ਨੇ, ਤੇ ਉਹਨਾਂ ਨੇ ਮੇਰੇ ਸਫ਼ਰ ਨੂੰ ਬੇहद ਖੂਬਸੂਰਤ ਬਣਾਇਆ ਹੈ ਔਰ ਕਦਰ ਪਾ ਦਿੱਤੀ ਹੈ ਕਿ ਜੋ ਬ੍ਰਹਿਮੰਡੇ ਸੇਈ ਪਿੰਡੇ, ਜੋ ਬਾਹਰ ਬ੍ਰਹਿਮੰਡ ਵਿੱਚ ਹੈਗਾ ਹੈ ਨਾ, ਉਹ ਆਪਣੇ ਸਾਡੇ ਅੰਦਰ ਵੀ ਹੈ। ਉਹਨੂੰ ਖੋਜਣਾ, ਜੋ ਖੋਜੈ ਸੋ ਪਾਵੇ। ਹਾਂ, ਤੇ ਜਿਹੜਾ ਬੰਦਾ ਉਹਨੂੰ ਖੋਜ ਲੈਂਦਾ ਹੈ ਕਿ ਜੋ ਬਾਹਰ ਹੈ ਉਹ ਅੰਦਰ ਵੀ ਹੈ, ਜਦੋਂ ਮਿਲ ਜਾਂਦਾ ਹੈ ਤੇ ਫਿਰ ਅਸੀਂ ਸੋਚਦੇ ਹਾਂ ਕਿ ਜਿਵੇਂ ਮੇਰਾ ਕੱਦ ਬੜਾ ਛੋਟਾ ਹੈ ਤੇ ਮੈਂ ਉਸ ਦਿਨ ਵੀ ਹਸਾ ਰਹੀ ਸੀ। ਇਹ ਛੋਟਾ ਤਾਂ ਕਹਿੰਦੀ ਆ ਕਿਉਂਕਿ ਦੁਨੀਆ ਦੇ ਹਿਸਾਬ ਨਾਲ ਮੈਜਰ ਕਰੀਏ ਤੇ ਮੈਂ ਕਿਹਾ ਅੱਧੀ ਉਮਰ ਤੇ ਨਿਕਲ ਗਈ ਕਿ ਇਹ ਮੇਰਾ ਕੱਦ ਬੜਾ ਛੋਟਾ ਹੈ ਕਾਲਜ ਤੱਕ, ਹੈ ਨਾ। ਮੈਂ ਕਿਹਾ ਲੇਕਿਨ ਬਾਅਦ ਵਿੱਚ ਜਦੋਂ ਕਿਸੇ ਨੇ ਗੱਲ ਕੀਤੀ, ਜਦੋਂ ਸਮਝ ਆ ਚੁੱਕੀ ਸੀ, ਫਿਰ ਕਹਿਣ ਨੂੰ ਦਿਲ ਕੀਤਾ ਕਿ वो हमारे कद को देख अंदाजे लगाते रहे, वो हमारे कद को देख अंदाजे लगाते रहे, बरखुरदार हम पाताल में रहने वालों की नब्ज नहीं मिलती किसी को। बिल्कुल, क्या बात है, क्या बात है, क्या बात है। जी, ਸਾਨੂੰ ਆਪ ਹੀ ਨਹੀਂ ਲੱਭਦੀ ਆਪਣੀ ਨਬਜ਼, ਅਸੀਂ ਲੱਭਦੇ ਰਹਿੰਦੇ। ਸਾਹਮਣੇ ਵਾਲਾ ਕਹੇ ਕਿ ਤੈਨੂੰ ਜਾਣ ਗਏ ਆ ਤੇ ਫਿਰ ਤੇ ਬਿਲਕੁਲ ਬਿਲकुल। ਜੀ ਬ੍ਰਿੰਦਰ ਜੀ, ਵੈਲਕਮ ਸੰਗੀਤਾ। ਹਾਂਜੀ ਹਰਲੀਨ ਜੀ, ਮੈਂ ਸਾਊਂਡ ਹੀਲਿੰਗ ਦੇ ਬਾਰੇ ਕੁਝ ਦੱਸ ਸਕਦੀ ਹਾਂ? ਹਾਂਜੀ, ਵੈਰੀ ਗੁੱਡ ਕੁਐਸਚਨ ਜੀ, ਜ਼ਰੂਰ ਦੱਸ ਸਕਦੀ ਹਾਂ। ਸਾਊਂਡ ਹੀਲਿੰਗ, ਜਿੱਦਾਂ ਆਪਾਂ ਸਾਰਿਆਂ ਨੇ ਬੇਸਿਕ ਇੱਕ ਚੀਜ਼ ਦੇਖੀ ਹੋਏਗੀ ਕਿ ਇੱਕ ਸਾਊਂਡ ਬੋਲ ਹੁੰਦਾ ਹੈ ਜਿਹਨੂੰ ਆਪਾਂ ਹਥੇਲੀ ਤੇ ਰੱਖ ਕੇ ਤੇ ਵਜਾਨੇ ਆ ਤੇ ਉਹਦੇ ਚੋਂ ਬੜਾ ਅੱਛੀਆਂ ਸਾਊਂਡ ਵਾਈਬ੍ਰੇਸ਼ਨਸ ਆਉਂਦੀਆਂ ਨੇ, ਜਿਹਨੂੰ ਤਿੱਬਤਨ ਬੋਲ ਕਿਹਾ ਜਾਂਦਾ ਹੈ ਨਾ। ਸੋ ਉਹ ਜਿਹੜਾ ਬੋਲ ਹੈ, ਉਹ ਸਾਊਂਡ ਬੋਲਸ ਮੇਰੇ ਜਿਨ੍ਹਾਂ ਨੂੰ ਅਸੀਂ ਹੀਲਿੰਗ ਲਈ ਯੂਜ਼ ਕਰਦੇ ਆ, ਉਹ ਬਿਗ ਸਾਊਂਡ ਬੋਲਸ ਹੁੰਦੇ ਆ। ਕੁਝ ਇੰਨੇ ਬਿਗ ਵੀ ਹੁੰਦੇ ਆ ਜਿਨ੍ਹਾਂ 'ਚ ਅਸੀਂ ਬੈਠ ਵੀ ਸਕਦੇ ਹੈ ਨਾ। ਸੋ ਉਹਨਾਂ ਸਾਊਂਡ ਬੋਲਸ ਦੇ ਨਾਲ ਸਾਊਂਡ ਵਾਈਬ੍ਰੇਸ਼ਨਸ ਡਿਫਰੈਂਟ ਹਰਟਸ ਤੇ ਪਲੇ ਕਰਕੇ ਆਪਣੇ ਹੱਥਾਂ ਨਾਲ ਤੇ ਕੁਝ ਸਟ੍ਰਾਈਕਰਸ ਦੇ ਨਾਲ ਬੋਡੀ ਦੇ ਕੋਲ, ਬੋਡੀ ਦੇ ਉੱਪਰ ਰੱਖ ਕੇ ਸਾਊਂਡ ਪਲੇ ਕੀਤਾ ਜਾਂਦਾ ਹੈ। ਔਰ ਉਹ ਜਿਹੜੀ ਵਾਈਬ੍ਰੇਸ਼ਨਸ ਨੇ ਉਹ ਸਾਡੇ ਸਰੀਰ ਦੇ ਅੰਦਰ ਰੁਕਾਵਟਾਂ, ਜਿਸ ਤਰ੍ਹਾਂ ਯੋਗਾ ਕੰਮ ਕਰਦਾ ਹੈ ਉਸੇ ਤਰੀਕੇ ਸਾਊਂਡ ਕੰਮ ਕਰਦਾ ਹੈ। ਕਿਸ ਤਰ੍ਹਾਂ, ਜਿਵੇਂ ਕਿਸੇ ਨੂੰ ਸਟ੍ਰੈਸ ਹੈ, ਡਿਪਰੈਸ਼ਨ ਹੈ ਨਾ, ਉਹ ਕਿਉਂ ਹੈ? ਬਿਕੋਜ਼ ਇੱਕੋ ਥਾਟ ਕਈ ਵਾਰ ਰੁਕ ਜਾਂਦਾ ਹੈ, ਇੱਕੋ ਤਰ੍ਹਾਂ ਦੀ ਸਟੈਗਨੈਂਟ ਫੀਲਿੰਗ ਜਿਹੜੀ ਹੈ ਨਾ ਉਹ ਸਾਡੇ ਉੱਪਰ ਹਾਵੀ ਹੋ ਜਾਂਦੀ ਹੈ ਨਾ, ਤੇ ਉਹਨੂੰ ਕੋਈ ਰਸਤਾ ਨਹੀਂ ਮਿਲਦਾ ਬਾਹਰ ਜਾਣ ਦਾ। ਉਹ ਬਾਹਰ ਕਿਵੇਂ ਜਾਵੇ? ਪਹਿਲੇ ਤੇ ਉਹ ਆਪਣੀ ਥਾਂ ਤੇ ਛੱਡੇ, ਹੈ ਨਾ। ਸੋ ਅਸੀਂ ਮੈਟਾਫਿਜ਼ੀਕਲ ਵਰਲਡ ਦੇ ਵਿੱਚ ਇਸ ਗੱਲ ਤੇ ਬਿਲੀਵ ਕਰਦੇ ਹਾਂ ਕਿ ਜਦੋਂ ਅਸੀਂ ਉੱਪਰ ਸਰੀਰ ਦੇ ਰੱਖ ਕੇ ਜਾਂ ਆਸ-ਪਾਸ ਰੱਖ ਕੇ ਸਪੈਸੀਫਿਕ ਵਾਈਬ੍ਰੇਸ਼ਨ ਤੇ ਸਰੀਰ ਦੇ ਅੰਗਾਂ ਦੇ ਕੋਲ ਸਾਊਂਡ ਵਜਾਨੇ ਆ ਤੇ ਉਹ ਰੁਕਾਵਟਾਂ ਜਿਹੜੀਆਂ ਨੇ ਉਹ ਪਿਆਰ ਨਾਲ ਉਸ ਮਿਊਜ਼ਿਕ ਦੇ, ਉਸ ਸਾਊਂਡ ਦੇ ਧੱਕੇ ਦੇ ਨਾਲ ਉਸ ਥਾਂ ਨੂੰ ਛੱਡ ਦਿੰਦੀਆਂ ਨੇ ਔਰ ਤੁਹਾਨੂੰ ਰਿਲੀਫ ਮਿਲਦਾ ਹੈ ਕਿਉਂਕਿ ਬਲੱਡ ਸਰਕੂਲੇਸ਼ਨ ਰੈਗੂਲੇਟ ਹੋ ਜਾਂਦੀ ਹੈ। ਮਤਲਬ ਜਿੰਨੀ ਚਾਹੀਦੀ ਹੈ ਸਾਡੇ ਸਰੀਰ ਨੂੰ ਓਨੀ ਹੋ ਜਾਂਦੀ ਹੈ ਔਰ ਸਾਨੂੰ ਰਿਲੈਕਸੇਸ਼ਨ ਫੀਲ ਹੁੰਦੀ ਹੈ। ਸੋ ਸਾਊਂਡ ਹੀਲਿੰਗ ਬੇਸਿਕਲੀ ਰਿਲੈਕਸੇਸ਼ਨ ਲਈ ਹੁੰਦੀ ਹੈ, ਪਰ ਇਹਦੇ ਵਿੱਚ ਬਹੁਤ ਸਾਰੀਆਂ ਅੱਗੋਂ ਅਸੀਂ ਹੀਲਿੰਗਸ ਕਰਦੇ ਹਾਂ ਜਿਹੜੀਆਂ ਸਪੈਸੀਫਿਕ ਡਿਜ਼ੀਜ਼ਸ ਲਈ ਹੁੰਦੀਆਂ ਔਰ ਉਹਦੇ ਰਿਜ਼ਲਟਸ ਬੋਡੀ ਟੂ ਬੋਡੀ ਵੇਰੀ ਕਰਦੇ ਹੈਗੇ। ਥੈਂਕ ਯੂ। Good. Thank you so much, Harleen. Thank you so much, Harleen. Thank you. God bless. Thank you. संगीता, आप थोड़ा लेट हो गए। आज हमारे साथ हरलीन सोना थी। She is a certified yoga teacher and a sound healer and a writer, poet और सब कुछ
तो अभी तो हम बस अभी जो आपने टॉक सुनी है इनकी जो इन्होंने अभी साउंड हीलिंग के बारे में बताई है, बस अब आप उसके बारे में कुछ बात करना चाहती हैं तो हमारे साथ कर सकती हैं, क्योंकि हम तो जी जी जरूर एक सेकंड दीजिए मुझे। जी। होलिस्टिक हेल्थ प्रैक्टिशनर हैं ये। जी। मीता जी कह रही हैं कि मेरे को जाना पड़ेगा, तो मीता जी थैंक यू सो मच फॉर ज्वाइनिंग। आई एम हियर एंड ये एक साउंड बोल है। हाँ जो जी। वाह। So I use it. This is I got from Rishikesh actually. हाँ। Yoga teachers training में थी तभी लेके आई. I love heart bowl sound, and I also do frequency therapy. So it's a different world. It is a different world. We are made of sound actually. Yeah. हमारी पूरी दुनिया साउंड से बनी है, तो ये जो साउंड है इसकी परिभाषा हमारी जो रगें हैं वो अच्छे से समझती हैं। जब इसको हम स्पेसिफिक वे से हीलिंग के लिए यूज करते हैं तो there's other I am a biofeedback practitioner, so I use frequency therapy बाकायदा. I have something with me जहाँ से मैं उनके like people tell me their past, I see the present in the scan, and I can see where the health is going in future as well. So I connect past, present, and future like as a correlation, and that's the world. And Einstein said, yeah, future world is frequency medicine. Sometimes it's difficult to tell people कि ये सुनते रहिए, this is because this is a specific frequency for you. जो नोट्स है आपके जो है अडाप्ट किए जाते हैं, छोटे हैं तो उसको लेवर किया जाता है, बड़े तो उसको छोटे किया जाता है, and that will heal you. It's a little hard time to explain to them, but at the same time I have people telling me I have healed myself, and I have people telling me I'm feeling better, my thought clarity is better, and it's a beautiful world altogether. I'm educating people slowly inside of that. Yeah, and it is the most important thing is that they will be better in the future or not, this we cannot guarantee. But the moment when we do the healing, that moment they are healed, for that moment they are relaxed. And if we can make a difference in somebody's life for a moment even, they can easily taste it. And when they can taste the healed body, then they will get addicted to it, like they will follow the path of healing their body through exercise, eating good food, listening good music, reading good books. So their vibration, their aura is healed, and the bad things around us, they do not touch us. For a while, for a few days, bad things will be away, and their aura will be sealed with their own energy. Right? So in that energy, they can grow, they can have their fresh thoughts. So our purpose is solved. If they can even be in their own world, inside their own self, समाधि लगा के कुछ पलों के लिए भी, तो हमारा काम हो गया. बस अब वो खुद को ढूंढ लेंगे, अपनी रेन खुद पकड़ लेंगे और जिंदगी बढ़िया. हाँ जी, मोहिनी दीदी आप हैं हमारे साथ? उज़मा जी भी हैं हमारे साथ? नहीं, उज़मा हमारे साथ नहीं है अभी, इस टाइम नहीं है उज़मा उसका कंप्यूटर शायद है वहां पे, तो उज़मा को कहीं जाना था, वो डायरेक्ट उसमें फोन पे लाइव देख रही थी, आपके साथ जुड़ी हुई थी, फोन पे भी थी, दो जगह से थी ना उज़मा, देख रही थी, तो अभी शायद वो निकल गई है। तो जी बहन जी हम बंद करना फिर। हाँ जी, थैंक यू एवरीबॉडी, सारिਆਂ ਦਾ बहुत शुक्रिया। मैं फोन ਤੇ ਤੇ ਮੈਨੂੰ ਦਿਖ ਨਹੀਂ ਰਿਹਾ ਕਿ ਕੌਣ ਹੈ, ਤੇ ਸਾਰਿਆਂ ਦਾ ਬਹੁਤ ਸ਼ੁਕਰੀਆ, ਤੇ MWC ਦਾ ਬਹੁਤ ਸ਼ੁਕਰੀਆ, ਰਿੰਟੂ ਜੀ ਦਾ ਬਹੁਤ ਸ਼ੁਕਰੀਆ, ਹਰਲੀਨ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਸਾਡੀ ਰੋਜ਼ ਦੀਆਂ ਗੱਲਾਂ ਸਾਡੀ ਕੀਤੀਆਂ, ਸਾਨੂੰ ਬੜੀਆਂ ਚੰਗੀਆਂ ਲੱਗੀਆਂ। ਥੈਂਕ ਯੂ ਸੋ ਮਚ। ਓਵਰ ਟੂ ਯੂ ਰਿੰਟੂ ਜੀ।